ਕਿਸ਼ ਕਹੀਏ ਟੀਵੀ ਦੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ, ਉਸਨੇ ਸਮੁੱਚੀ ਲੁਕਾਈ ਦੇ ਹਿਰਦੇ ਨੂੰ ਬਹੁਤ, ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾਈ ਹੈ। ਜਿਵੇਂ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇੱਕ ਘਟਨਾ ਵਾਪਰੀ, ਉਸ ਤੋਂ ਤੁਸੀਂ ਸਾਰੇ ਬਾਖੂਬੀ ਜਾਣੂ ਹੈ। ਔਰ ਉਸ ਤੋਂ ਤੁਰੰਤ ਬਾਅਦ ਦੱਸਿਆ ਜਾਂਦਾ ਹੈ ਕਿ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੁਝ ਅਜਿਹਾ ਵਾਪਰਿਆ ਜਾਂ ਵਾਪਰਨ ਦੀ ਕੋਸ਼ਿਸ਼ ਸੀ। ਔਰ ਇਹਨਾਂ ਬੜੇ ਥੋੜ੍ਹੇ ਅੰਤਰਾਲ ਦੇ ਵਿੱਚ ਵਾਪਰੀਆਂ ਇਹਨਾਂ ਦੋ ਵੱਡੀਆਂ ਘਟਨਾਵਾਂ ਨੇ ਜਿਸ ਤਰ੍ਹਾਂ ਧਾਰਮਿਕ ਖਿੱਤੇ ਦੇ ਵਿੱਚ ਹਲਚਲ ਪੈਦਾ ਕੀਤੀ ਹੈ, ਉਹਦੇ ਤੋਂ ਨਾਨਕ ਨਾਮ ਲੇਵਾ ਖਾਸ ਕਰ ਚਾਹੇ ਕਿਸੇ ਵੀ ਤਬਕੇ ਦੇ ਨਾਲ ਸੰਬੰਧਿਤ ਰੱਖਦਾ ਹੈ, ਖਾਸ ਕਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਬੜੀ ਜਿਸ ਦੀ ਨੇਚਰ ਹੈ, ਉਸ ਦੇ ਹਿਰਦੇ ਨੂੰ ਬੜੀ ਠੇਸ ਪਹੁੰਚੀ ਹੈ। ਇਸ ਸਾਰੇ ਮਸਲੇ 'ਤੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਔਰ ਦਰਅਸਲ ਜਦੋਂ ਇਹ ਘਟਨਾਵਾਂ ਸੋਸ਼ਲ ਮੀਡੀਆ 'ਤੇ ਦੇਖੀਆਂ ਤੇ ਹਰ ਪਾਸੇ ਹਾਹਾਕਾਰ ਹੁੰਦੀ ਦੇਖੀ ਤੇ ਮਨ ਬਹੁਤ ਉਦਾਸ ਹੋ ਗਿਆ ਸੀ, ਦਿਮਾਗ ਤਾਂ ਇੱਕ ਤਰ੍ਹਾਂ ਨਾਲ ਸੁੰਨ ਜਿਹਾ ਹੋ ਗਿਆ ਸੀਗਾ। ਫਿਰ ਦਰਸ਼ਕਾਂ ਦੇ ਕੱਲ੍ਹ ਦੇ ਬੜੇ ਪ੍ਰਸ਼ਨ ਆ ਰਹੇ ਸੀਗੇ, ਸਵਾਲ ਆ ਰਹੇ ਸੀਗੇ ਸੋਸ਼ਲ 'ਤੇ, ਵਟਸਐਪ 'ਤੇ ਵੀ ਅਤੇ ਫੋਨ ਕਰ ਕਰਕੇ ਵੀ ਬਹੁਤ ਸਾਰੇ ਦਰਸ਼ਕਾਂ ਨੇ ਕਿਹਾ ਕਿ ਇਸ ਮੁੱਦੇ 'ਤੇ ਜ਼ਰੂਰ ਗੱਲ ਕਰੋ, ਆਪਣੇ ਵਿਚਾਰ ਸਾਂਝੇ ਕਰੋ। ਸੋ ਆਪਾਂ ਅੱਜ ਇੱਕ ਇਸ ਪਲੇਟਫਾਰਮ ਤੋਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਇਸ ਪ੍ਰਤੀ। ਸੋ ਆਪਣੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਡਾਕਟਰ ਸਵਰਨਜੀਤ ਕੌਰ ਗਰੇਵਾਲ। ਡਾਕਟਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਤੁਸੀਂ ਵੀ ਸੁਣਿਆ ਸੋਸ਼ਲ ਮੀਡੀਆ 'ਤੇ ਜੋ ਕੁਛ ਪਿਛਲੇ 2 ਦਿਨਾਂ ਤੋਂ ਹੋ ਵਾਪਰ ਰਿਹਾ, ਔਰ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਦਰਸ਼ਕਾਂ ਦੇ ਨਾਲ ਪਾਵੋ, ਕਿਉਂਕਿ ਇੱਕ ਥੋੜ੍ਹੀ ਜਿਹੀ ਜਿਹੜੀ ਭਾਵਨਾ ਨੂੰ ਬੜੀ ਠੇਸ ਪਹੁੰਚੀ ਔਰ ਮਨ ਬੜਾ ਦੁਖੀ ਹੈ ਇੱਕ ਤਰ੍ਹਾਂ ਨਾਲ। ਸੋ ਬੜੇ ਕਹਿ ਲਓ ਉਦਾਸ ਜਿਹੇ ਮਨ ਦੇ ਨਾਲ ਸਾਨੂੰ ਇਹ ਗੱਲਾਂ ਕਰਨੀਆਂ ਪੈ ਰਹੀਆਂ। ਸੋ ਉਸ ਨੂੰ ਤੁਸੀਂ ਵਿਸਥਾਰ ਦੇ ਨਾਲ ਸਾਰਾ ਕੁਝ, ਕਿਉਂਕਿ ਸਵਾਲ ਇਹੀ ਆ ਵਾਰ-ਵਾਰ ਦਰਸ਼ਕਾਂ ਦਾ ਕਿ ਆਪਣੇ ਵਿਚਾਰ ਜ਼ਰੂਰ ਰੱਖੋ ਜੀ ਇਸ ਪ੍ਰਤੀ। ਵਾਕਈ ਪਰਮਵੀਰ, ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਤੇ ਉਸ ਦੁਖਦਾਈ ਘਟਨਾ ਦੇ ਪਿੱਛੇ ਕੀ ਕਾਰਨ ਹੈ, ਇਸ ਨੂੰ ਜਾਣਨ ਤੋਂ ਵੀ ਪਹਿਲਾਂ ਇਹ ਗੱਲ ਬੜੀ ਹੀ ਮੰਦਭਾਗੀ ਹੈ ਕਿ ਹੁਣ ਤੱਕ ਸਾਡੀ ਸੁਰਤ ਦੇ ਵਿੱਚ ਘੱਟੋ ਘੱਟ ਅਜੇ ਤੱਕ ਇਹ ਘਟਨਾ ਨਹੀਂ ਸੀ ਵਾਪਰੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਹੜਾ ਸਾਡਾ ਮੱਕਾ ਕਿਹਾ ਜਾਂਦਾ ਹੈ, ਜਿਹੜਾ ਸਾਡਾ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ, ਉੱਥੇ ਕੋਈ ਅਜਿਹੀ ਮੰਦਭਾਗੀ ਘਟਨਾ ਵਾਪਰੀ ਤੇ ਇਹਦੇ ਨਾਲ ਸਾਡੇ ਦਿਲਾਂ ਦਾ ਬਲੁੰਦਰਿਆ ਜਾਣਾ ਲਾਜ਼ਮੀ ਸੁਭਾਵਿਕ ਸੀ। ਤਾਂ ਹੁਣ ਇਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ? ਸਭ ਤੋਂ ਵੱਡਾ ਕਾਰਨ ਤਾਂ ਚੋਣਾਂ ਦਾ ਮਾਹੌਲ ਹੈ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਚੋਣਾਂ ਦੇ ਮਾਹੌਲ ਦੇ ਸਮੇਂ ਕੁਝ ਵੀ, ਕੋਈ ਵੀ ਧਿਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਨਾਮਾ ਕਰਵਾ ਸਕਦੀ ਹੈ। ਤਾਂ ਦੂਸਰੇ ਪਾਸੇ ਕੁਝ ਲੋਕਾਂ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਦਾ ਮੰਨਣਾ ਇਹ ਸੀ ਕਿ ਇਹ ਹੋ ਸਕਦਾ ਹੈ, ਉਹਨਾਂ ਨੇ ਹੋ ਸਕਦਾ ਕਿਹਾ। ਉਹ ਲੋਕ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਇਹ ਉਸ ਧਿਰ ਦਾ ਕਾਰਨਾਮਾ ਹੋਵੇ, ਉਸ ਧਿਰ ਦੀ ਕਰਤੂਤ ਹੋਵੇ ਜਿਸ ਦੇ ਸਿਰ ਲਾਇਆ ਜਾਂਦਾ ਹੈ ਕਿ ਉਹਨੇ ਬਰਗਾੜੀ ਵਰਗੀ ਬੇਅਦਬੀ ਦੀ ਘਟਨਾ ਕਰਵਾਈ ਸੀ ਤੇ ਉਹਦੇ ਬਾਰੇ ਸਾਰੀ ਸਿੱਖ ਕੌਮ ਕਹਿ ਰਹੀ ਹੈ ਕਿ ਅਜੇ ਤੱਕ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਤੇ ਕਹਿੰਦੇ ਹੋ ਸਕਦਾ ਹੈ ਕਿ ਉਸ ਧਿਰ ਨੇ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿਵਾਇਆ ਹੋਵੇ ਕਿ ਹੁਣ ਤੁਹਾਡੇ ਹੁੰਦਿਆਂ ਇਸ ਤੋਂ ਵੀ ਵੱਡੀ ਬੇਅਦਬੀ ਹੋਈ ਹੈ ਤੇ ਇਸ ਦਾ ਤੁਸੀਂ ਇਨਸਾਫ ਲੈ ਕੇ ਦਿਖਾਓ। ਤੇ ਲੋਕਾਂ ਦੀ ਮੂੰਹ ਦੀ ਆਵਾਜ਼ ਜਿਹੜੀ ਹੈ ਇਹ ਦੇਖਣ ਨੂੰ, ਇਹ ਮਿਲੀ ਹੈਗੀ ਸੁਣਨ ਨੂੰ ਕਿ ਉਹ ਇੱਕ ਧਿਰ ਦੇ ਉੱਤੇ ਵੀ ਇਸ ਦਾ ਭਾਂਡਾ ਭੰਨ ਰਹੇ ਨੇ ਜੀ। ਸੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਇਹ ਲੋਕਾਂ ਦੀ ਜਿਹੜੀ ਆਵਾਜ਼ ਸੀ, ਜਿਹੜੇ ਲੋਕਾਂ ਦੇ ਮੂੰਹ ਦੀ ਆਵਾਜ਼ ਸੀਗੀ, ਉਹਨੂੰ ਹੀ ਐਕਸਪਲੇਨ ਕੀਤਾ ਡਾਕਟਰ ਸਾਹਿਬ ਨੇ। ਡਾਕਟਰ ਸਾਹਿਬ, ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਇੱਕ ਸਿਆਣੇ ਵਿਦਵਾਨ ਨੇ ਗੱਲ ਕੀਤੀ, ਕਹਿੰਦੇ ਕਿ ਵੈਸੇ ਥੋੜ੍ਹੀ ਜਿਹੀ ਮਜ਼ਾਕ ਵਾਲੀ ਗੱਲ ਹੈ। ਉਹ ਕਹਿੰਦੇ ਕਿ ਵੀ ਕੋਈ ਮਰੀਜ਼
ਉਹਦੇ ਕੋਈ ਜ਼ਖਮ ਸੀਗਾ ਤੇ ਉਹ ਡਾਕਟਰ ਦੇ ਕੋਲ ਰੋਂਦਾ ਰੋਂਦਾ ਗਿਆ, ਕਹਿੰਦਾ ਜੀ ਮੇਰੀ ਉਂਗਲ ਤੇ ਜ਼ਖਮ ਹੈ ਤੇ ਮੇਰੇ ਇਹਦੇ ਤੇ ਪੱਟੀ ਕਰ ਦਿਓ। ਅੱਛਾ। ਡਾਕਟਰ ਨੇ ਕੀ ਕੀਤਾ, ਉਹ ਜਿਹੜਾ ਹੈਗਾ ਆਪਣਾ ਕਟਰ ਚੁੱਕਿਆ ਤੇ ਉਹਦੀ ਬਾਂਹ ਤੇ ਕੱਟ ਲਾਤਾ। ਅੱਛਾ। ਉਹ ਕਹਿੰਦਾ ਜੀ ਇਹ ਕੀ, ਉਹ ਕਹਿੰਦਾ ਬਸ ਹੁਣ ਤੂੰ ਇਸ ਪੀੜਾ ਨੂੰ ਭੁੱਲ ਜਾਏਗਾ ਤੇ ਇਸ ਪੀੜਾ ਨੂੰ ਰੋਈ ਜਾਏਗਾ, ਸੋ ਤੇਰੀ ਪੀੜਾ ਦਾ ਇਸ ਪੀੜਾ ਦਾ ਇਲਾਜ ਹੋ ਗਿਆ। ਤੇ ਆ ਸੋ ਇਸ ਤਰ੍ਹਾਂ ਦਾ ਕੁਝ ਵਾਪਰਿਆ। ਸਿੱਧੇ ਰੂਪ ਦੇ ਵਿੱਚ ਡਾਕਟਰ ਸਾਹਿਬ ਕਹਿਣਾ ਚਾਹੁੰਦੇ ਆ ਕਿ ਇੱਕ ਘਟਨਾ ਨੂੰ ਸੁਲੱਭ ਕਰਨ ਵਾਸਤੇ ਦੂਸਰੀ ਘਟਨਾ ਨੂੰ ਜਿਹੜਾ ਮਤਲਬ ਇਹ ਮੈਂ ਨਹੀਂ ਪਰਮਵੀਰ ਕਹਿ ਰਹੀ, ਇਹ ਲੋਕਾਂ ਦੀ ਜਿਹੜੀ ਗੱਲ ਹੈਗੀ, ਲੋਕਾਂ ਦੀ ਗੱਲ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹਾਂ ਕਿ ਲੋਕ ਇਹ ਵੀ ਸੋਚ ਰਹੇ ਨੇ। ਹੁਣ ਇਹਦੇ ਪਿੱਛੇ ਸੱਚ ਕੀ ਹੈ, ਝੂਠ ਕੀ ਹੈ, ਇਹਦੇ ਬਾਰੇ ਆਪਾਂ ਪੱਕਾ ਸ਼ੋਰਟੀ ਨਾਲ ਕੁਝ ਨਹੀਂ ਕਹਿ ਸਕਦੇ। ਜੀ ਹੁਣ ਜੇ ਤੁਸੀਂ ਮੇਰਾ ਨਜ਼ਰੀਆ ਜਾਣਨਾ ਚਾਹੋ ਤਾਂ ਆਪਾਂ ਇਹਨਾਂ ਨੂੰ, ਮੈਂ ਇਹਨੂੰ ਦੋ ਪ੍ਰਸੰਗਾਂ ਤੋਂ ਵਾਚਾਂਗੀ ਡਾਕਟਰ ਸਾਹਿਬ। ਇੱਕ ਤਾਂ ਇਹ ਕਿ ਕਿਹਾ ਜਾਂਦਾ ਹੈ ਕਿ ਵੀ ਉੱਥੇ ਦੋ ਤਰ੍ਹਾਂ ਦੇ ਹੁਣ ਜਿਹੜੇ ਆਵਾਜ਼ਾਂ ਆ ਰਹੀਆਂ ਨੇ, ਲੋਕਾਂ ਦੇ ਵਿਚਾਰ ਆਏ ਵਿਦਵਾਨਾਂ ਦੇ। ਇੱਕ ਤਾਂ ਉਹ ਕਹਿੰਦੇ ਨੇ ਕਿ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਉਸ ਬੰਦੇ ਨੇ ਜਿਹਨੇ ਦਰਬਾਰ ਸਾਹਿਬ ਦੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਹਨੂੰ ਮੌਕੇ ਤੇ ਹੀ ਸੰਗਤ ਨੇ ਫੜ ਲਿਆ, ਫੜ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜਾ ਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਸੋਧਾ ਲਾਉਣਾ ਜਾਂ ਚਾਟਾ ਛਕਾਉਣਾ, ਜਾਂ ਜ਼ਿਆਦਾਤਰ ਜਿਹੜਾ ਸੋਸ਼ਲ ਮੀਡੀਆ ਦਾ ਹੈਡਲਾਈਨ ਬਣੀ ਸੀ, ਮੋਟੇ ਅੱਖਰਾਂ 'ਚ ਲਿਖਿਆ ਹੋਇਆ ਸੀ, ਝਟਕਾ ਦਿੱਤਾ ਗਿਆ। ਸੋ ਝਟਕਾ ਦਿੱਤਾ ਗਿਆ। ਹੁਣ ਦੇਖਣਾ ਇਹ ਹੈ ਕਿ ਕੀ ਗੁਰਮਤ ਜਾਂ ਸਿੱਖੀ ਫਲਸਫਾ ਝਟਕਾ ਦੇਣਾ ਦੀ ਆਗਿਆ ਦਿੰਦੀ ਹੈ। ਇਹ ਵੀ ਅਸੀਂ ਬਹੁਤ ਵਿਚਾਰਨ ਵਾਲੀ ਗੱਲ ਹੈ। ਹੁਣ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਨੂੰ, ਲੋਕਾਂ ਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹਦੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ, ਉਹਨੂੰ ਇੰਟੈਰੋਗੇਟ ਕੀਤਾ ਜਾਂਦਾ, ਪ੍ਰਸ਼ਾਸਨ ਨੂੰ ਬੁਲਾਇਆ ਜਾਂਦਾ, ਪ੍ਰਸ਼ਾਸਨ ਇੰਟੈਰੋਗੇਟ ਕਰਦਾ, ਕਾਨੂੰਨ ਦੇ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਂਦੀ। ਕੌਣ ਸਾਜ਼ਿਸ਼ਾਂ ਨੇ ਇਹਦੇ ਪਿੱਛੇ, ਉਹਨਾਂ ਦਾ ਪਰਦਾਫਾਸ਼ ਕਰਕੇ ਉਹਨਾਂ ਨੂੰ ਇਸ ਘੇਰੇ 'ਚ ਲਿਆਂਦਾ ਜਾਂਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ, ਜਿੰਨੇ ਮੂੰਹ ਓਨੀ ਭਾਖਿਆ। ਇਹਦੇ ਪਿੱਛੇ ਪਰਮਵੀਰ ਗੱਲ ਇੱਕ ਤਾਂ ਮੰਨਣ ਵਾਲੀ ਇਹ ਵੀ ਹੈ ਕਿ ਬਰਗਾੜੀ ਕਾਂਡ ਨੂੰ ਇੰਨਾ ਚਿਰ ਹੋ ਗਿਆ, ਠੀਕ ਹੈ, ਉਹਦਾ ਇਨਸਾਫ ਸਿੱਖ ਕੌਮ ਨੂੰ ਅਜੇ ਤੱਕ ਨਹੀਂ ਮਿਲਿਆ। 84 ਦੇ ਦੰਗੇ, ਜਿਹਨੂੰ ਦੰਗੇ ਕਿਹਾ ਜਾਂਦਾ, ਹਾਲਾਂਕਿ ਦੰਗੇ ਨਹੀਂ ਸੀ, ਉਹ ਨਸਲਕੁਸ਼ੀ ਸੀ, ਉਸ ਵੇਲੇ ਦਾ ਇਨਸਾਫ ਕਿੰਨੇ ਸਾਲ ਹੋ ਗਏ, ਦਹਾਕੇ ਬੀਤ ਗਏ, ਅਜੇ ਤੱਕ ਇਨਸਾਫ ਨਹੀਂ ਮਿਲਿਆ। ਤਾਂ ਕਿਸੇ ਹੱਦ ਤੱਕ ਸਿੱਖ ਸੰਗਤ ਦੇ ਅੰਦਰ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਰੋਹ ਦਾ ਵਾਪਰਨਾ ਕੁਦਰਤੀ ਸੀ ਤੇ ਕਿਸੇ ਹੱਦ ਤੱਕ ਆਪਾਂ ਸਹੀ ਵੀ ਕਹਿ ਸਕਦੇ ਹਾਂ। ਲੇਕਿਨ ਸਾਡੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਇਹਨੂੰ ਵਿਚਾਰਨਾ ਲਾਜ਼ਮੀ ਹੈ ਕਿ ਕੀ ਸੋਧਾ ਲਾਉਣਾ ਜਾਂ ਝਟਕਾਉਣਾ ਜਾਇਜ਼ ਹੈ ਜਾਂ ਨਹੀਂ। ਡਾਕਟਰ ਸਾਹਿਬ, ਅਸਲ ਦੇ ਵਿੱਚ ਨਾ ਜਿਹੜੀਆਂ ਤੁਸੀਂ ਦੋ ਘਟਨਾਵਾਂ ਦਾ ਜ਼ਿਕਰ ਕੀਤਾ, ਇੱਕ ਤਾਂ ਬਰਗਾੜੀ ਵਾਲੀ ਜਿਹੜੀ ਤਾਜ਼ਾ 4.5 ਸਾਲ ਪਹਿਲਾਂ, 6.5 ਸਾਲ ਪਹਿਲਾਂ ਵਾਪਰੀ ਹੈ, ਔਰ ਦੂਸਰੀ ਘਟਨਾ ਜਿਹੜੀ 84 ਵੇਲੇ ਦੀ ਤੁਸੀਂ ਗੱਲ ਕੀਤੀ ਵੀ ਇਹਨਾਂ ਦਾ ਇਨਸਾਫ ਨਹੀਂ ਮਿਲਿਆ। ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਇਹ ਜਿਹੜਾ ਰਾਜਨੀਤਿਕ ਗਲਿਆਰਿਆਂ ਦੀਆਂ, ਗਲਿਆਰਿਆਂ ਦੇ ਕੋਲ ਇੱਕ ਉਹ ਮਸੌਦਾ ਹੁੰਦਾ ਹੈ, ਉਸ ਮਸੌਦੇ ਦੀ ਤਰ੍ਹਾਂ ਇਹਨਾਂ ਨੂੰ ਯੂਜ਼ ਕਰਦੇ ਨੇ ਕਿ ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਇਹੋ ਜਿਹੀ ਹਵਾ ਉਹ ਕੱਢ ਦਿੰਦੇ ਨੇ, ਹੈ ਨਾ। 84 ਵਾਲੀ ਵੀ ਗੱਲ ਉਸੇ ਵੇਲੇ ਛਿੜਦੀ ਆ ਇਨਸਾਫ ਦੀ ਜਦੋਂ ਹੈ। ਤੇ ਇਹ ਜਿਹੜਾ ਉਸ ਤੋਂ ਬਾਅਦ ਬਰਗਾੜੀ ਵਾਲਾ ਵੀ, ਜਿਵੇਂ ਇਹਨਾਂ ਨੇ ਇੱਕ ਆਪਣੇ ਕੋਲ ਇਹ ਇੱਕ ਮਸਾਲਾ ਰੱਖਿਆ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਕਿ ਅਸੀਂ ਜਦੋਂ ਇਹਨੂੰ ਵਰਤਣਾ ਕਿਵੇਂ। ਸੋ ਇਹ ਰਾਜਨੀਤਿਕ ਗਲਿਆਰਿਆਂ ਦੀ ਇੱਕ ਖੇਡ ਹੁੰਦੀ ਹੈ ਜਿਹੜੀ ਸਮਝਣੀ ਬੜੀ ਮੁਸ਼ਕਿਲ ਹੈ। ਸੋ ਜਿਹੜੀ ਹੁਣ ਇਹ ਘਟਨਾਵਾਂ ਘਟੀਆਂ ਨੇ, ਜਿਹੜੀਆਂ ਵਾਪਰੀਆਂ ਨੇ ਘਟਨਾਵਾਂ, ਇਹਨਾਂ ਦੇ ਤੰਦ ਵੀ ਕਿਤੇ ਨਾ ਕਿਤੇ ਇਸੇ ਪਾਸੇ ਹੀ ਜੁੜਦੇ, ਅਸੀਂ ਇਹ ਮੰਨ ਕੇ ਚੱਲੀਏ। ਔਰ ਲੋਕ ਵੀ ਇਹੀ ਆਖਦੇ ਨੇ, ਕਿਉਂਕਿ ਲੋਕ ਬੜੇ ਸੂਝਵਾਨ ਨੇ, ਸਮਝਦਾਰ ਨੇ, ਪਹਿਲੀਆਂ ਗੱਲਾਂ ਨਹੀਂ ਰਹਿ ਗਈਆਂ, ਕਿਉਂਕਿ ਪਹਿਲਾਂ ਕਮਿਊਨੀਕੇਸ਼ਨ ਦੀ ਬੜੀ ਕਮੀ ਸੀ। ਸੋ ਪਹਿਲਾਂ ਇਨਫੋਰਮੇਸ਼ਨ ਦੀ ਬੜੀ ਕਮੀ ਸੀਗੀ, ਜਿਹਦੇ ਚੱਲਦਿਆਂ ਕੋਈ ਕਿੱਥੇ ਕੀ ਵਾਪਰਿਆ ਹੈਗਾ, ਅੰਦਰ ਖਾਤੇ ਕੋਈ ਕੀ ਕਰ ਰਿਹਾ, ਇਹ ਰਾਜਨੀਤੀਵਾਨ ਕੀ ਕਰ ਰਹੇ ਨੇ, ਕੀ ਖਿਚੜੀ ਪਕਾ ਰਹੇ ਨੇ, ਇਹ ਨਹੀਂ ਸੀ ਪਤਾ ਚੱਲਦਾ। ਤੇ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰ ਵੀ ਜਾਂਦੀ ਸੀਗੀ ਤਾਂ ਉਹ ਵੀ ਬਹੁਤ
ਹੌਲੀ ਹੌਲੀ ਬੜਾ ਸਲੋਲੀ ਸਪਰੈਡ ਹੁੰਦੀ ਸੀ, ਲੋਕਾਂ ਤੱਕ ਪਹੁੰਚਦੀ ਸੀ। ਔਰ ਖਾਸ ਕਰਕੇ ਉਸ ਵੇਲੇ ਕਿਉਂਕਿ ਦੌਰ ਟੈਲੀਵਿਜ਼ਨ ਦਾ ਘੱਟ ਸੀ, ਜੀ ਰੇਡੀਓ ਦਾ ਸੀ 84 ਜੀ ਵੇਲੇ ਜੀ ਤਾਂ। ਜੀ ਜੀ ਤਾਂ ਉਸ ਵੇਲੇ ਵੀ ਬਹੁਤ ਹੌਲੀ ਤੇ ਸਰਕਾਰੀ ਤੰਤਰ ਦੇ ਹਿਸਾਬ ਨਾਲ ਹੀ ਖਬਰਾਂ ਜਿਹੜੀਆਂ ਸੀ ਲੋਕਾਂ ਤੱਕ ਪਹੁੰਚਦੀਆਂ ਜੀ ਸੀ। ਜੀ ਜੀ ਤੇ ਜਿਹੜਾ ਹੁਣ ਜਿਹੜਾ ਬਰਗਾੜੀ ਕਾਂਡ ਵੇਲੇ ਭਾਵੇਂ ਲੋਕਾਂ ਕੋਲ ਮੋਬਾਈਲ ਆ ਗਏ, ਲੇਕਿਨ ਉਹਦੇ ਵਿੱਚ ਵੀ ਇਨਫੋਰਮੇਸ਼ਨ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਨਹੀਂ ਸੀ ਜਿੰਨੀ ਹੁਣ ਹੋ ਚੁੱਕੀ ਜੀ, ਇੰਨੀ ਡਿਵੈਲਪ ਨਹੀਂ ਹੋਈ ਸੀ, ਜਿਹਦੇ ਕਰਕੇ ਬਹੁਤ ਸਾਰੀਆਂ ਹੁਣ ਇਹਨਾਂ ਤੁਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਲਓ, ਤੁਸੀਂ ਜਦੋਂ ਖਾਸ ਕਰਕੇ ਕਿਸਾਨ ਮੋਰਚੇ ਤੋਂ ਤਾਂ ਜੀ, ਬਹੁਤ ਜ਼ਿਆਦਾ ਸੋਸ਼ਲ ਮੀਡੀਆ ਨੇ, ਖਾਸ ਕਰਕੇ ਲੋਕਲ ਸੋਸ਼ਲ ਮੀਡੀਆ ਜਿਹੜਾ ਉਹ ਬਹੁਤ ਵੱਡੀ ਤਾਦਾਦ ਵਿੱਚ ਤੇਜ਼ ਆਇਆ, ਬਿਲਕੁਲ ਹੋਣ ਦੇ ਵਿੱਚ ਵੀ ਬਹੁਤ ਆਇਆ। ਬਿਲਕੁਲ ਇਨਫੋਰਮੇਸ਼ਨ ਜਿਹੜੀ ਹੈ, ਨਿੱਕੀ ਤੋਂ ਨਿੱਕੀ ਇਨਫੋਰਮੇਸ਼ਨ ਜਿਹੜੀ ਇੱਕ ਨੈਨੋ ਸੈਕਿੰਡ ਦੇ ਵਿੱਚ ਉਹ ਪੂਰੀ ਦੁਨੀਆ ਦੇ ਵਿੱਚ ਸਪਰੈਡ ਹੋ ਜਾਂਦੀ ਹੈ। ਇਹ ਇੱਕ ਇਹਦਾ ਪੋਜ਼ਿਟਿਵ ਪੱਖ ਵੀ ਹੈ, ਜਿਵੇਂ ਹੁਣ ਘਟਨਾ ਵਾਪਰੀ ਉੱਥੇ, ਔਰ ਬੜੀ ਜਲਦੀ ਸਾਰਾ ਕੁਝ ਸਾਰੇ ਲੋਕਾਂ ਨੂੰ ਇਹਦਾ ਪਤਾ ਚੱਲ ਗਿਆ ਕਿ ਉੱਥੇ ਇਹ ਕੁਝ ਹੋਇਆ। ਸੋ ਮੈਂ ਜਿਵੇਂ ਕਹਿ ਰਹੀ ਸੀ, ਮੈਨੂੰ 2% ਤੋਂ ਲੈ ਕੇ ਚੱਲਾਂਗੀ ਕਿ ਇਹਨਾਂ ਨੂੰ ਪ੍ਰਸੰਗਿਕ ਰੂਪ ਦੇ ਵਿੱਚ ਦੇਖਿਆ ਜਾਵੇ ਡਾਕਟਰ ਸਾਹਿਬ, ਕਿ ਲੋਕ ਕਹਿੰਦੇ ਕੁਝ ਵਿਰੋਧ ਕਰਦੇ ਨੇ ਕਿ ਇਹ ਉਹਨਾਂ ਨੂੰ ਸਜ਼ਾ ਖੁਦ ਨਹੀਂ ਦੇਣੀ ਚਾਹੀਦੀ ਸੀ, ਕੁਝ ਕਹਿੰਦੇ ਕਿ ਇਹ ਉੱਥੇ ਇਸ ਕਰਕੇ, ਜਿਵੇਂ ਤੁਸੀਂ ਹੁਣੇ ਦੱਸਿਆ ਕਿ ਇਨਸਾਫ ਨਾ ਮਿਲਣੇ ਕਰਕੇ, ਕਿਉਂਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਸ਼ੱਕ ਦੇ ਘੇਰੇ 'ਚ ਹਮੇਸ਼ਾ ਰਹਿੰਦਾ। ਬਾਕੀ ਹੁਣ ਤਾਂ ਡਾਕਟਰ ਸਾਹਿਬ ਲੋਕ ਜਿਹੜਾ ਹੈਗਾ ਅਦਾਲਤ, ਮਾਫ ਕਰਨਾ, ਮਾਨਯੋਗ ਅਦਾਲਤਾਂ ਦੇ ਉੱਪਰ ਵੀ ਜਿਹੜਾ ਕੁਐਸਚਨ ਮਾਰਕ ਲਾਉਣ ਲੱਗ ਪਏ, ਕਿਉਂਕਿ ਜੋ ਕੁਝ ਹੋਇਆ ਵਾਪਰਿਆ ਜਾਂ ਹੋ ਰਿਹਾ, ਕੁਝ ਫੈਸਲੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਆਏ ਆ, ਤਾਂ ਉਹਨਾਂ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਜਿਹੜਾ ਨਿਆਂਪਾਲਿਕਾ ਪ੍ਰਤੀ ਵਿਸ਼ਵਾਸ ਸੀ ਉਹ ਵੀ ਘਟਿਆ ਬਿਲਕੁਲ ਕਾਫੀ ਹੱਦ ਤੱਕ ਘਟਿਆ। ਪੁਲਿਸ ਪ੍ਰਸ਼ਾਸਨ ਦਾ ਤਾਂ ਹੈ ਹੀ ਸੀਗਾ, ਕਿਉਂਕਿ ਉਹ ਤਾਂ ਜੋ ਕੁਝ ਕਰਦੀ ਉਹ ਸਾਰਿਆਂ ਦੇ ਸਾਹਮਣੇ। ਹੁਣ ਤਾਂ ਬਹੁਤ ਜ਼ਿਆਦਾ ਹਾਲਾਤ ਜਿਹੜੇ ਉਹ ਵਿਗੜੇ ਹੋਏ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੁਝ ਉਸ ਵੇਲੇ ਤੁਸੀਂ ਦੇਖੋ ਵੀ ਮਾਹੌਲ ਕਿਹੋ ਜਿਹਾ ਸੀਗਾ, ਵੀ ਲੋਕ ਬੜੀ ਭਾਵਨਾ ਦੇ ਨਾਲ ਜੁੜ ਕੇ ਉੱਥੇ ਜਿਹੜੇ ਸ਼ਰਧਾਲੂ ਸੀਗੇ ਉਹ ਆਪਣਾ ਨਤਮਸਤਕ ਹੋ ਰਹੇ ਸੀਗੇ ਆਪਣੇ ਗੁਰੂ ਨੂੰ, ਗੁਰੂ ਦਰਬਾਰ ਦੇ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ। ਤੇ ਫਿਰ ਉਸ ਵੇਲੇ ਐਨ ਮੌਕੇ ਦੇ ਉੱਪਰ ਜਦੋਂ ਇਹੋ ਜਿਹੀ ਇੱਕ ਬੜੀ ਅਚੰਭੇ ਵਾਲੀ ਘਟਨਾ ਵਾਪਰਦੀ ਹੈ, ਜਿਹੜੀ ਬਹੁਤ ਹੀ ਨਿੰਦਣੀय ਘਟਨਾ। ਔਰ ਕਿਸੇ ਸਿਰਫਿਰੇ ਦਾ ਇਹ ਵੀ ਬਿਆਨ ਆਇਆ ਕਿ ਇਹ ਜੀ ਉਹ ਮੁੰਡਾ ਜਿਹੜਾ ਸੀਗਾ ਉਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹ ਤਾਂ ਆਖੇ ਜੀ ਅਚਾਨਕ ਉਧਰ ਡਿੱਗ ਪਿਆ। ਬਿਲਕੁਲ ਇੱਕ ਮੈਂ ਵੀ ਸੁਣਿਆ ਵੀ ਕਿਸੇ ਨੇ ਭੇਜਿਆ ਸੀ ਸਵਾਲ, ਪਰ ਮੈਂ ਅਸੀਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ, ਉਹਨਾਂ ਨੇ ਤਾਂ ਬਾਈ ਨੇਮ ਸਵਾਲ ਭੇਜਿਆ ਹੀ, ਤੁਸੀਂ ਵਾਹਵਾ ਗੱਲ ਕਰ ਦਿੱਤੀ ਕਿ ਕਿਸੇ ਧਾਰਮਿਕ ਮਤਲਬ ਕਿਸੇ ਹਸਤੀ ਨੇ ਇਹ ਗੱਲ ਕਹੀ ਹੈ, ਕਾਫੀ ਪ੍ਰਚਲਿਤ ਹਸਤੀ ਆ, ਲੋਕ ਬੈਟਰ ਜਾਣਦੇ ਨੇ ਉਹਨਾਂ ਦੇ ਬਾਰੇ 'ਚ, ਔਰ ਵਿਵਾਦਿਤ ਹਸਤੀ ਵੀ ਆ ਕਈ ਜਗ੍ਹਾ ਤੇ। ਤਾਂ ਉਹਨਾਂ ਨੇ ਇਹ ਬਿਆਨ ਦਿੱਤਾ, ਜਿਹੜਾ ਡਾਕਟਰ ਸਾਹਿਬ ਨੇ ਕਿਹਾ ਕਿ ਉਹ ਡਿੱਗ ਪਿਆ। ਸੋ ਜਿਸ ਤਰੀਕੇ ਨਾਲ ਬਾਕੀ ਸਾਰੇ ਲੋਕਾਂ ਨੇ ਦੇਖਿਆ, ਉਹ ਲੋਕ ਖੁਦ ਫੈਸਲਾ ਕਰ ਲੈਣਗੇ ਉਹ ਡਿੱਗਿਆ ਜਾਂ ਉਹਨੇ ਕੋਈ ਜਾਣ ਬੁੱਝ ਕੇ ਕੀਤੀ। ਡਾਕਟਰ ਸਾਹਿਬ ਜਿਹੜਾ ਮੇਰੇ ਮਨ 'ਚ ਸਵਾਲ ਉੱਠਦੇ ਨੇ, ਵੀ ਜਿਹੜੇ ਦਰਸ਼ਕਾਂ ਨੇ ਪੁੱਛਿਆ ਕਿ ਵੀ ਤੁਸੀਂ ਦੱਸੋ ਕੀ ਆ ਇਹਦਾ, ਇਹ ਹੋਣਾ ਚਾਹੀਦਾ ਸੀ, ਸਜ਼ਾ ਮਿਲਣੀ ਚਾਹੀਦੀ ਸੀ ਜਾਂ ਨਹੀਂ ਮਿਲਣੀ ਚਾਹੀਦੀ ਸੀ। ਹੁਣ ਆਪਾਂ ਜੇ ਤਾਂ ਇਸ ਪ੍ਰਸੰਗ ਤੋਂ ਦੇਖੀਏ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ ਹੈ, ਸਥਾਪਨਾ ਕਿਹੋ ਜਿਹੇ ਮਾਹੌਲ 'ਚ ਹੋਈ ਹੈ? ਬਿਲਕੁਲ ਕਦੋਂ ਹੋਈ? ਉਦੋਂ ਹੋਈ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਕੀਤੀ ਨਾ ਸਾਹਿਬ। ਉਸ ਵੇਲੇ ਮੇਰੇ ਖਿਆਲ ਹੈ ਕਿ ਜਿਹੜੀ ਇਨਸਾਫ ਆ ਜਿਹੜਾ ਨਹੀਂ ਸੀ ਮਿਲ ਰਿਹਾ ਅੱਜ ਵਾਂਗੂ ਹੀ, ਬਹੁਤ ਉਸ ਵੇਲੇ ਵੀ ਹੋ ਸਕਦਾ ਕਹਿੰਦੇ ਤਾਂ ਵੀ ਇਸ ਤੋਂ ਵੀ ਬਦਤਰ ਹਾਲਾਤ ਸੀ, ਪਰ ਮੈਨੂੰ ਲੱਗਦਾ ਕਿ ਹੁਣ ਉਹਨਾਂ ਤੋਂ ਜ਼ਿਆਦਾ ਹੋ ਗਏ ਨੇ। ਔਰ ਜਦੋਂ ਦੁਨਿਆਵੀ ਤਖਤ ਜਿਹੜੇ ਸੀਗੇ, ਤਖਤਾਂ ਦੇ ਵਾਰਸ ਜਿਹੜੇ ਸੀਗੇ, ਉਹ ਲੋਕਾਂ ਨੂੰ ਇਨਸਾਫ ਨਹੀਂ ਸੀ ਦਿੰਦੇ, ਤਾਂ ਫਿਰ ਕਿਧਰੇ ਜਾ ਕੇ ਗੁਰੂ ਸਾਹਿਬ ਨੇ ਅਕਾਲ ਦਾ ਤਖਤ ਸਥਾਪਿਤ ਕਰ ਦਿੱਤਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਦੁਨਿਆਵੀ ਤਖਤ ਇਨਸਾਫ ਨਹੀਂ ਦਿੰਦੇ, ਤੇ ਫਿਰ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਇਨਸਾਫ ਮਿਲੇਗਾ। ਬਿਲਕੁਲ ਮੇਰੇ ਖਿਆਲ ਇਹ ਭਾਵਨਾ ਸੀ। ਬਿਲਕੁਲ ਔਰ ਮੇਰੇ ਖਿਆਲ ਇੱਕ ਕਾਨੂੰਨ ਵੀ ਸ਼ਾਇਦ ਬਣਿਆ ਹੋਇਆ, ਐਗਜ਼ੈਕਟਲੀ ਮੈਨੂੰ ਪਤਾ ਨਹੀਂ, ਮੈਂ ਉਹ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਸੰਵਿਧਾਨ ਦੇ ਵਿੱਚ ਇਹਨੂੰ ਇੱਕ ਇੰਡੀਪੈਂਡੈਂਟ ਇੱਕ ਪਾਵਰ ਵਜੋਂ ਜਿਹੜਾ ਕਿਉਂਕਿ ਸਿੱਖਾਂ ਦੀ ਕੋਰਟ ਜਿਹੜੀ ਕੋਰਟ ਦੇ ਆਧਾਰ ਤੇ ਇਹਨੂੰ ਲਿਆ ਜਾਂਦਾ ਹੈ, ਸਿੱਖਾਂ ਦੀ ਸੁਪਰੀਮ ਸੰਸਥਾ ਦੇ ਅਕਾਲ ਤਖਤ ਨੂੰ ਲਿਆ ਜਾਂਦਾ ਹੈ। ਔਰ ਆਪਾਂ ਦੇਖਦੇ ਆਏ ਹਾਂ ਕਿ ਵੀ ਅਕਾਲ ਤਖਤ ਸਾਹਿਬ ਤੋਂ
ਉੱਥੋਂ ਦੇ ਜਿਹੜੇ ਜਥੇਦਾਰ ਸਾਹਿਬ ਹੁੰਦੇ ਨੇ, ਉਹ ਜਿਹੜਾ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਜਾਂਦਾ, ਉਹ ਸਮੁੱਚੀ ਸਿੱਖ ਸੰਗਤ ਉਹਨੂੰ ਐਜ਼ ਇਟ ਇਜ਼ ਹੀ ਕਬੂਲ ਕਰਦੀ ਆ, ਕਿੰਤੂ ਪਰੰਤੂ ਨਹੀਂ ਕਰਦੀ। ਬਿਲਕੁਲ। ਤੇ ਸੋ ਜੇ ਇਸ ਪੱਖ ਤੋਂ, ਇਸ ਪ੍ਰਸੰਗ ਤੋਂ ਲਈਏ ਤਾਂ ਫਿਰ ਜਿਹੜਾ ਉਸ ਅਕਾਲ ਦਾ ਤਖਤ ਹੈ, ਉਸ ਸੁਪਰ ਪਾਵਰ ਦਾ ਸਥਾਪਿਤ ਤਖਤ ਆ, ਜਿਹੜਾ ਦੁਨਿਆਵੀ ਤਖਤਾਂ ਤੋਂ ਬਹੁਤ ਸੁਪਰੀਮ ਹੈ, ਬਹੁਤ ਉੱਚਾ ਸੁੱਚਾ ਹੈ, ਜਿੱਥੇ ਸੱਚ ਦਾ ਇਨਸਾਫ ਹੁੰਦਾ, ਕਿੰਤੂ ਪਰੰਤੂ ਵਾਲੀ ਤਾਂ ਉੱਥੇ ਕੋਈ ਗੱਲ ਹੀ ਨਹੀਂ ਰਹਿ ਜਾਂਦੀ। ਤੇ ਫਿਰ ਉੱਥੇ ਜੇ ਇਹੋ ਜਿਹਾ ਮਤਲਬ ਘਟਨਾ ਵਾਪਰਦੀ ਹੈ ਤੇ ਉਹਨੂੰ ਮੌਕੇ ਤੇ ਉਹਨਾਂ ਨੇ ਜੋ ਸੋਧਾ ਲਾਤਾ ਉਹਨਾਂ ਦੀ ਭਾਸ਼ਾ ਦੇ ਵਿੱਚ, ਖੈਰ ਉਹਨੂੰ ਜਾਨ ਤੋਂ ਹੱਥ ਧੋਣੇ ਪਏ, ਅਸੀਂ ਇਹ ਕਹਿ ਸਕਦੇ ਹਾਂ। ਤੇ ਫਿਰ ਜੇ ਦੇਖੀਏ ਤਾਂ ਫਿਰ ਉੱਥੇ ਉਹਦੇ ਵਿੱਚ ਪ੍ਰਸ਼ਾਸਨ ਦੀ ਕੋਈ ਇੰਟਰਫੇਰੈਂਸ ਤਾਂ ਹੋਣੀ ਨਹੀਂ ਚਾਹੀਦੀ। ਅਕਾਲ ਤਖਤ ਤੇ ਜੋ ਫੈਸਲਾ ਹੋ ਗਿਆ ਸੋ ਹੋ ਗਿਆ। ਫਿਰ ਤਾਂ ਇੱਕ ਤਾਂ ਇਹ ਪ੍ਰਸੰਗ ਹੈ। ਸਵਾਲ ਇਹ ਵੀ ਦਰਸ਼ਕਾਂ ਨੇ ਕੀਤਾ ਹੈ ਕਿ ਅਕਾਲ ਤਖਤ ਜਿਹੜਾ ਸੁਪਰੀਮ ਹੈ, ਜਿਹਦੇ ਤੇ ਸੱਚ ਦਾ ਇਨਸਾਫ ਹੁੰਦਾ ਹੈ ਬਿਨਾਂ ਭਿੰਨ ਭੇਦ ਨਿਰਪੱਖਤਾ ਦੇ ਨਾਲ, ਉਦੋਂ ਸਥਾਪਨਾ ਹੁੰਦੀ ਆ ਜਦੋਂ ਦੁਨਿਆਵੀ ਤਖਤ ਜਿਹੜੇ ਆ ਉਹ ਇਨਸਾਫ ਨਹੀਂ ਦਿੰਦੇ ਤੇ ਉਹਨਾਂ ਤੋਂ ਉੱਚਾ ਇੱਕ ਸਥਾਪਿਤ ਕਰ ਦਿੱਤਾ। ਫਿਰ ਦੇ ਬਾਵਜੂਦ ਜਿਹੜਾ ਹੈਗਾ ਇਸ ਤਖਤ ਨੂੰ ਦੁਨਿਆਵੀ ਤਖਤ ਦੇ ਅਧੀਨ ਕਿਉਂ ਕੀਤਾ ਗਿਆ ਤੇ ਕਦੋਂ ਕੀਤਾ ਗਿਆ, ਜੇ ਕੀਤਾ ਹੈ ਤੇ ਕਿਹਨਾਂ ਨੇ ਕੀਤਾ, ਕਿਹੜੀਆਂ ਤਾਕਤਾਂ ਦੇ ਵਿੱਚ, ਕੀ ਸਾਜ਼ਿਸ਼ਾਂ ਨੇ, ਇਹ ਸਵਾਲ ਉੱਠਿਆ ਦਰਸ਼ਕਾਂ ਦਾ। ਦਰਸ਼ਕ ਬਹੁਤ ਸੂਝਵਾਨ ਨੇ ਕਿਉਂਕਿ ਵਿਦੇਸ਼ਾਂ 'ਚ ਬੈਠੇ ਨੇ, ਬਹੁਤ ਬਾਰੀਕ ਬੀਨੀ ਦੇ ਨਾਲ ਉਹ ਦੇਖਦੇ। ਉਹ ਕਹਿੰਦੇ ਨੇ ਸਪਸ਼ਟ, ਉਹਨਾਂ ਨੇ ਲਿਖਿਆ ਬੜਾ ਵੱਡਾ ਕਿ ਸਾਨੂੰ ਇਸ ਦਾ ਜਵਾਬ ਕਿਸੇ ਵੀ ਵਿਦਵਾਨ ਤੋਂ ਨਹੀਂ ਮਿਲਿਆ। ਸੋ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕਿ ਮਤ ਬੁੱਧ ਗੁਰੂ ਨੇ ਬਖਸ਼ੀ ਹੈ ਉਹਦੇ ਮੁਤਾਬਕ ਸੈਟੀਸਫਾਈਡ ਕਰਵਾ ਸਕੀਏ। ਇੱਕ ਤਾਂ ਇਹ ਪ੍ਰਸੰਗ ਸੀ ਕਿ ਅਕਾਲ ਤਖਤ ਨੂੰ ਦੁਨਿਆਵੀ ਤਖਤ ਦੇ ਅਧੀਨ ਕੀਤਾ ਗਿਆ। ਸਪਸ਼ਟ ਹੈ ਜਦੋਂ ਉੱਥੇ ਕੋਈ ਹੁੰਦਾ, ਕੁਝ ਵੀ ਕੋਈ ਵੀ ਕਾਰਨਾਮਾ ਹੁੰਦਾ ਤੇ ਕਿਹਾ ਜਾਂਦਾ ਹੈ ਪ੍ਰਸ਼ਾਸਨ ਦੇ ਇੰਟਰਫੇਰੈਂਸ ਹੁੰਦੀ ਹੈ। ਬਿਲਕੁਲ, ਅਦਾਲਤਾਂ ਤੱਕ ਵੀ ਪਹੁੰਚਿਆ ਜਾਂਦਾ ਹੈ। ਸੋ ਅਦਾਲਤਾਂ ਤੱਕ, ਦੁਨਿਆਵੀ ਅਦਾਲਤਾਂ ਤੱਕ ਪਹੁੰਚਣ ਦਾ ਤਾਂ ਮਤਲਬ ਹੀ ਨਹੀਂ ਉਹਨਾਂ ਦੇ ਹਿਸਾਬ ਨਾਲ। ਨਹੀਂ, ਉਹ ਕਹਿੰਦੇ ਨੇ ਜੇ ਉਹ ਅਕਾਲ ਤਖਤ ਸਭ ਤੋਂ ਸੁਪਰੀਮ ਹੈ ਤੇ ਦੁਨਿਆਵੀ ਅਦਾਲਤਾਂ ਉਹਦੇ ਵਿੱਚ ਉਹਨਾਂ 'ਚ ਕਿਉਂ ਘਸੀਟਿਆ ਗਿਆ। ਬਿਲਕੁਲ ਤੁਸੀਂ ਸੁਪਰੀਮ ਨੂੰ ਹੁਣ ਜੇ ਕਹੋ ਨਾ ਵੀ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਹਾਈ ਕੋਰਟ ਕਰੇ, ਸੁਪਰੀਮ ਕੋਰਟ ਨੂੰ ਸਜ਼ਾ ਹਾਈ ਕੋਰਟ ਸੁਣਾਵੇ, ਜਾਂ ਸੁਪਰੀਮ ਕੋਰਟ ਨੂੰ ਨੈਗਲੈਕਟ ਕਰਕੇ ਹਾਈ ਕੋਰਟ ਆਪਣਾ ਫੈਸਲਾ ਸੁਣਾਵੇ, ਤੇ ਫਿਰ ਕਿੰਨੀ ਕੁ ਜੱਜਦੀ ਆ। ਸੋ ਤਾਂ ਸੱਚੇ ਪਾਤਸ਼ਾਹ ਦਾ ਅਕਾਲ, ਕਿਉਂਕਿ ਜਦੋਂ ਅਕਾਲ ਤਖਤ ਹੈ, ਜਿਹੜਾ ਅਕਾਲ ਤਖਤ ਹੈ ਹੀ ਸਭਨਾਂ ਤੋਂ ਸੁਪਰੀਮ, ਤਾਂ ਉਹ ਹਾਈ ਕੋਰਟ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ ਸਿੱਖ ਸੰਗਤ ਦੇ ਲਈ, ਤਾਂ ਉੱਥੇ ਦੁਨਿਆਵੀ ਅਦਾਲਤਾਂ ਦਾ ਕੋਈ ਮਤਲਬ ਹੀ ਨਹੀਂ। ਬਿਲਕੁਲ ਜਦੋਂ ਇਹਨੂੰ ਆਜ਼ਾਦਾਨਾ ਇੱਕ ਹਸਤੀ ਵਜੋਂ ਮੰਨਿਆ ਗਿਆ ਸੰਵਿਧਾਨ ਦੇ ਮੁਤਾਬਕ। ਬਿਲਕੁਲ। ਸੋ ਇੱਕ ਪੱਖ ਤਾਂ ਇਹ, ਤੇ ਫਿਰ ਜੇ ਉਹਨੂੰ ਮੌਕੇ ਤੇ ਉੱਥੇ ਤਖਤ ਉਸ ਅਕਾਲ ਤਖਤ ਉੱਥੇ ਸਜ਼ਾ ਮਿਲ ਗਈ ਆ ਤਾਂ ਫਿਰ ਤਾਂ ਕਿੰਤੂ ਪਰੰਤੂ ਹੋਣਾ ਹੀ ਨਹੀਂ ਚਾਹੀਦਾ। ਮਿਲ ਗਈ, ਜੋ ਕੀਆ ਸੋ ਪਾਇਆ। ਬਿਲਕੁਲ। ਤੇ ਕਿਸੇ ਨੂੰ ਦੋਸ਼ ਦੇਣ ਦੀ ਲੋੜ ਹੀ ਨਹੀਂ। ਪਰ ਪ੍ਰਸ਼ਾਸਨ ਨੂੰ ਜੇ ਵਿੱਚ, ਜਿਵੇਂ ਹੁਣ ਅੱਜ ਸਰਕਾਰਾਂ ਕਹਿ ਰਹੀਆਂ, ਸਰਕਾਰ ਉੱਥੇ ਪਹੁੰਚੇ ਸੀਐਮ ਸਾਹਿਬ, ਉਹ ਕਹਿੰਦੇ ਵੀ ਅਸੀਂ ਜਾਂਚ ਦੇ ਹੁਕਮ ਦੇ ਦਿੱਤੇ ਨੇ। ਕਿੱਡੀ ਵੇਖੋ ਹਾਸੋਹੀਣੀ ਗੱਲ ਹੈ, ਔਰ ਥੋੜੀ ਮਾਯੂਸੀ ਹੁੰਦੀ ਹੈ ਕਿ ਸੁਪਰੀਮ ਸੁਪਰ ਸੁਪਰੀਮ ਉਹ ਉਸ ਅਕਾਲ ਦੇ ਤਖਤ ਦੀ ਜਾਂਚ ਕੌਣ ਕਰੂਗਾ? ਦੁਨਿਆਵੀ ਪ੍ਰਸ਼ਾਸਨ। ਬਿਲਕੁਲ, ਕਿੱਡੀ ਛੋਟੀ ਗੱਲ ਹੈ। ਅਸੀਂ ਡਾਕਟਰ ਸਾਹਿਬ ਸੋਚ ਕੇ ਵੀ ਬੜਾ ਕੁਛ ਲੱਗ ਰਿਹਾ ਵੀ ਹੋ ਕੀ ਰਿਹਾ ਕਿ ਬਾਕੀ ਜੋ ਕੁਛ 10 ਘੰਟੇ ਦੇ ਵਿੱਚ ਇੱਕ ਹੋਰ ਘਟਨਾ ਵਾਪਰ ਗਈ ਕਪੂਰਥਲੇ ਦੇ ਨਿਜ਼ਾਮਪੁਰ ਦੇ ਵਿੱਚ। ਉੱਥੇ ਵੀ ਕਿਹਾ ਗਿਆ ਕਿ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ। ਉੱਥੇ ਵੀ ਪੁਲਿਸ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਬੰਦਾ ਸ਼ਾਇਦ ਚੋਰੀ ਦੇ ਮਕਸਦ ਨਾਲ, ਚਲੋ ਖੈਰ ਉਹ ਤੇ ਵੱਖਰੀ ਗੱਲ ਹੈ, ਪਰ ਮੈਨੂੰ ਉੱਥੇ ਵੀ ਸੌਦਾ ਲਾ ਦਿੱਤਾ ਗਿਆ ਉਹਨਾਂ ਦੀ ਭਾਸ਼ਾ ਦੇ ਵਿੱਚ। ਮੈਨੂੰ ਇਹ ਵਾਰ-ਵਾਰ ਹੁੰਦਾ ਕਿ ਅਕਾਲ ਤਖਤ ਦੇ ਜਿਹੜੇ ਫੈਸਲੇ ਆ ਉਹ ਦੁਨਿਆਵੀ ਫੈਸਲਿਆਂ ਤੋਂ ਕਿਤੇ ਉੱਪਰ ਕਿਉਂ ਨਹੀਂ, ਦੁਨਿਆਵੀ ਤਖਤਾਂ ਤੇ ਕਿਉਂ ਲੈ ਕੇ ਜਾਏ ਜਾਂਦੇ, ਬੇਨਤੀਆਂ ਫਰਿਆਦਾਂ ਕਿਉਂ ਲੈ ਕੇ ਨਹੀਂ ਲਿਜਾਣੀਆਂ ਚਾਹੀਦੀਆਂ। ਦਰਸ਼ਕੋ, ਤੁਸੀਂ ਸਵਾਲ ਚੁੱਕਿਆ
ਹੁਣ ਦੂਸਰਾ ਪ੍ਰਸੰਗ ਇਹਦਾ ਇਹ ਆ ਕਿ ਉਹਦੀ ਮਰਿਆਦਾ ਭੰਗ ਕਰ ਦਿੱਤੀ ਗਈ। ਮਰਿਆਦਾ ਅਕਾਲ ਤਖ਼ਤ ਭੰਗ ਕਦੋਂ ਅਕਾਲ ਤਖਤ ਦੀ ਭੰਗ ਹੋਣੀ ਸ਼ੁਰੂ ਹੋਈ? ਜਦੋਂ ਸਿਆਸੀ ਪਰਚੀਆਂ ਦੇ ਥਰੂ ਉੱਥੇ ਜਥੇਦਾਰ ਆਉਣੇ ਸ਼ੁਰੂ ਹੋਏ। ਬਿਲਕੁਲ। ਤਾਂ ਫਿਰ ਸਿਆਸੀ ਪਰਚੀਆਂ ਦੇ ਜਥੇਦਾਰਾਂ ਨੇ ਆਪਣੇ ਸਿਆਸੀ ਆਕਾਵਾਂ ਦੇ ਅਧੀਨ ਕੰਮ ਕਰਨਾ ਸ਼ੁਰੂ ਕੀਤਾ। ਹੁਕਮਨਾਮੇ ਉਸ ਤਰ੍ਹਾਂ ਦੇ ਜਾਰੀ ਕੀਤੇ। ਬਿਲਕੁਲ। ਤੇ ਫਿਰ ਸਿੱਖ ਸੰਗਤ ਦੇ ਕਹਿਣ ਤੇ ਉਹੀ ਹੁਕਮਨਾਮੇ ਵਾਪਸ ਵੀ ਲਏ ਜੀ। ਸੋ ਤੁਸੀਂ ਦੇਖੋ ਵੀ ਜਦੋਂ ਸਰਸੇ ਵਾਲੇ ਦੀ ਗੱਲ ਉੱਠੀ ਤੇ ਉਹਨੂੰ ਮਾਫੀ ਦਿੱਤੀ ਗਈ, ਤਾਂ ਫਿਰ 5 ਤਖਤਾਂ ਦੇ ਤਖਤ ਸਾਹਿਬਾਨਾਂ ਦੇ ਜਿਹੜੇ ਜਥੇਦਾਰ ਸੀਗੇ ਉਹਨਾਂ ਨੇ ਉੱਥੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀ, ਮਾਫੀ ਦਾ ਸੀ ਕੀਤਾ ਸੀ ਸਿੱਖ ਸੰਗਤ ਦੇ ਵਿੱਚ। ਔਰ ਦੱਸਿਆ ਜਾਂਦਾ ਹੈ ਕਿ ਕੋਈ 90 ਲੱਖ ਰੁਪਏ ਦੇ, ਉਸ ਵੇਲੇ 92 ਲੱਖ ਰੁਪਏ ਦੇ ਇਸ਼ਤਿਹਾਰ ਵੀ ਦਿੱਤੇ ਗਏ ਸੀ। ਇਸ਼ਤਿਹਾਰ ਵੀ ਦਿੱਤੇ ਗਏ ਸੀ। ਫਿਰ ਕਿਉਂਕਿ ਤਖਤ ਅਕਾਲ ਦਾ ਹੈ ਤੇ ਗੁਰੂ ਸੰਗਤ ਨੂੰ ਪਹਿਲ ਦਿੰਦੇ ਨੇ। ਬਿਲਕੁਲ। ਤੇ ਫਿਰ ਸੰਗਤ ਦੇ ਨਾਲ ਖੜੇ ਹੋ ਗਏ ਗੁਰੂ ਪਾਤਸ਼ਾਹ, ਤੇ ਸੰਗਤ ਦਾ ਪ੍ਰੈਸ਼ਰ ਪਿਆ ਤੇ ਉਹ 5 ਤਖਤ ਸਾਹਿਬਾਨਾਂ ਦੇ ਜਿਹੜੇ ਜਥੇਦਾਰ ਸੀਗੇ ਉਹ ਵੀ ਸਵਾਲ ਦੇ ਘੇਰੇ ਚ ਆ ਗਏ। ਉਹਨਾਂ ਦਾ ਵੀ ਜਿਹੜਾ ਅਕੀਦਾ ਸੀ ਨਾ ਗੁਰੂ ਪ੍ਰਤੀ, ਉਹਦੇ ਤੇ ਸ਼ੰਕੇ ਖੜੇ ਹੋ ਗਏ। ਵੇਖੋ ਕਿੱਡੀ ਤਰਾਸਦੀ ਵਾਲੀ ਗੱਲ ਹੈ ਕਿ ਬੜੀ ਵੱਡੀ ਪਦਵੀ ਹੁੰਦੀ ਆ ਅਕਾਲ ਤਖਤ ਦੇ। ਛੋਟਾ ਮੋਟਾ ਤਖਤ ਨਹੀਂ, ਅਕਾਲ ਤਖਤ ਜਿਹਨੂੰ 6ਵੇਂ ਨਾਨਕ ਨੇ ਸਥਾਪਿਤ ਕੀਤਾ ਸੀਗਾ। ਬਿਲਕੁਲ। ਉਸ ਤਖਤ ਦਾ ਜਥੇਦਾਰ ਕੋਈ ਛੋਟੀ ਮੋਟੀ ਹਸਤੀ ਨਹੀਂ ਹੁੰਦਾ, ਛੋਟੀ ਮੋਟੀ ਹਸਤੀ ਨਹੀਂ ਹੁੰਦਾ। ਉਸ ਦਾ ਹੁਕਮ, ਜਦੋਂ ਅਕਾਲ ਦੇ ਤਖਤ ਦੇ ਜਥੇਦਾਰ ਦਾ ਹੁਕਮ, ਫਿਰ ਕਿਹਦਾ ਹੁਕਮ ਹੋਇਆ ਭਾਈ? ਅਕਾਲ ਦਾ ਹੁਕਮ। ਅਕਾਲ ਦਾ ਹੁਕਮ ਕਰਕੇ ਹੀ ਸਿੱਖ ਸੰਗਤ ਸਿਰ ਮੱਥੇ ਪ੍ਰਵਾਨ ਕਰਦੀ ਸੀ, ਉਹਦੇ ਤੇ ਫੁੱਲ ਚੜਾਉਂਦੀ ਸੀ। ਕਿੱਡੀ ਹੈਰਾਨੀ ਵਾਲੀ ਗੱਲ ਹੈ ਡਾਕਟਰ ਸਾਹਿਬ ਕਿ ਸਰਸੇ ਵਾਲੇ ਦੇ ਮਾਮਲੇ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮਨਾਮਾ ਵਾਪਸ ਲੈਣਾ ਪਿਆ। ਗੁਰੂ ਨੇ ਦਰਸਾਤਾ, ਗੁਰੂ ਪਿਤਾ ਨੇ, ਕਿ ਸੰਗਤ ਵੱਡੀ ਹੈ, ਤਖਤ ਨਹੀਂ। ਸੰਗਤ ਵੱਡੀ ਆ, ਅਕਾਲ ਦਾ ਤਖਤ ਵੀ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਪਾਸੇ ਕਰ। ਸੋ ਗੁਰੂ ਪਿਤਾ ਖੜੇ ਹੋਏ ਸੰਗਤ ਦੇ ਨਾਲ, ਸੰਗਤ ਦਾ ਪ੍ਰੈਸ਼ਰ ਪਿਆ, ਹੁਕਮਨਾਮਾ ਵਾਪਸ ਲੈਣਾ ਪਿਆ। ਪਹਿਲੀ ਵਾਰ ਇਹ ਜਿਹੜਾ ਕਹਿੰਦੇ ਇਤਿਹਾਸ ਦੇ ਵਿੱਚ ਅਜਿਹਾ ਹੋਇਆ। ਇੱਥੋਂ ਹੀ ਜਿਹੜਾ ਅਕਾਲ ਤਖਤ ਸੀ ਜੀ, ਉਸ ਦੀ ਜਿਹੜੀ ਸੁਪਰੀਮ ਤਾਕਤ ਸੀ ਉਹਨੂੰ ਠੇਸ ਪਹੁੰਚਣੀ ਸ਼ੁਰੂ ਹੋਈ। ਠੇਸ ਪਹੁੰਚਣੀ, ਉਹਦੀ ਮਰਿਆਦਾ ਜਿਹੜੀ ਸੀ ਭੰਗ ਹੋਣੀ ਸ਼ੁਰੂ ਹੋਈ। ਸੋ ਜਥੇਦਾਰ ਜਿਹੜੇ ਮੌਜੂਦਾ ਨੇ, ਤੇ ਬਾਕੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਇੱਥੋਂ ਬਰੀਕ ਬੀਨੀ ਨਾਲ ਸੋਚਿਓ, ਸੂਖਮਤਾ ਦੇ ਨਾਲ ਸੋਚਿਓ ਵੀ ਗੁਰੂ ਕੀ ਚਾਹੁੰਦੇ ਨੇ। ਬੜੀ ਡੂੰਘਾਈ ਦੇ ਨਾਲ ਸੋਚਣ ਵਾਲੀ ਗੱਲ ਹੈ ਵੀ ਗੁਰੂ ਸੰਗਤ ਨੂੰ, ਗੁਰੂ ਚਾਹੁੰਦਾ ਕੀ ਹੈ, ਗੁਰੂ ਸੰਗਤ ਨੂੰ ਕਿੰਨਾ ਪਿਆਰ ਕਰਦੇ। ਬਿਲਕੁਲ, ਗੁਰੂ ਸੰਗਤ ਨੂੰ ਕਿੰਨਾ ਪਿਆਰ ਕਰਦੇ ਨੇ। ਅਕਾਲ ਤਖਤ ਦੇ ਹੁਕਮਨਾਮੇ ਤੱਕ ਵਾਪਸ ਹੋਇਆ। ਬਿਲਕੁਲ। ਸੋ ਇਹ ਸਮਝ ਲਓ, ਸੰਗਤ ਗੁਰੂ ਦੀਆਂ ਨਜ਼ਰਾਂ 'ਚ ਬਹੁਤ ਵੱਡੀ, ਬਹੁਤ ਉੱਚੀ ਚੀਜ਼ ਹੈ। ਸੋ ਜਦੋਂ ਉਦੋਂ ਤੋਂ, ਅਸੀਂ ਨਹੀਂ ਕਹਿੰਦੇ, ਲੋਕ ਆਖਦੇ ਨੇ ਕਿ ਉਸ ਅਕਾਲ ਦੇ ਤਖਤ ਦਾ ਜਿਹੜਾ ਸੀਗਾ, ਉਹ ਜਿਹੜਾ ਸਿਰਮੌਰ ਅਹੁਦਾ ਸੀਗਾ, ਉਹ ਕਿਤੇ ਨਾ ਕਿਤੇ ਨਿਵਾਣ ਲੋਕ ਆਖਦੇ, ਉਸ ਦਿਨ ਤੋਂ ਸ਼ੁਰੂ ਹੋਇਆ। ਸੋ ਇਸ ਕਰਕੇ 2 ਪ੍ਰਸੰਗਾਂ ਦੇ ਵਿੱਚ ਆਪਾਂ ਰੱਖਿਆ। ਇੱਕ ਤਾਂ ਇਹ ਕਿ ਅਕਾਲ ਦਾ ਤਖਤ ਜੋ ਉੱਥੇ ਫੈਸਲਾ ਹੋ ਗਿਆ, ਫਿਰ ਪ੍ਰਸ਼ਾਸਨ ਦਾ ਉੱਥੇ ਕੋਈ ਕੰਮ ਨਹੀਂ ਕਿ ਉਹ ਇੰਟਰਫੇਰੈਂਸ ਕਰੇ। ਬਿਲਕੁਲ। ਤੇ ਜੇ ਉੱਥੋਂ ਦੀ ਪਾਵਰ ਉਸ ਕਾਰਨਾਮੇ ਨੇ ਘਟਾ ਦਿੱਤੀ ਹੈ ਕਿ ਹੁਕਮਨਾਮਾ ਪ੍ਰਵਾਨ ਨਹੀਂ ਹੋਇਆ, ਪਹਿਲੀ ਵਾਰ ਹੋਇਆ, ਦਿਲ ਨੂੰ ਬੜੀ ਠੇਸ ਪਹੁੰਚਦੀ ਜਦੋਂ ਗੱਲ ਕਹੀ ਨੇ। ਪਰ ਇਹ ਸੋਚਿਓ, ਫੋਕਸ ਕਰੇ ਇਸ ਗੱਲ ਤੇ ਕਿ ਹੋਣਾ ਚਾਹੀਦਾ ਸੀ ਅਜਿਹਾ। ਉਹ ਕਿਹੜੇ ਹਾਲਾਤ ਸੀ, ਕਿਹੜੀਆਂ ਸਾਜ਼ਿਸ਼ਾਂ ਸੀ, ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਨੇ ਇੱਥੋਂ ਤੱਕ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਅਕਾਲ ਤਖਤ ਨੂੰ। ਬਿਲਕੁਲ, ਅਕਾਲ ਤਖਤ ਸਾਹਿਬ। ਇਹ ਸੋਚਣਾ ਬਣਦਾ ਪ੍ਰਬੰਧਕਾਂ ਨੂੰ ਵੀ, ਜਥੇਦਾਰ ਨੂੰ ਵੀ, ਤੇ ਕਿਤੇ ਨਾ ਕਿਤੇ ਉਹਨਾਂ ਤਾਕਤਾਂ ਨੂੰ ਵੀ ਥੋੜਾ ਜਿਹਾ ਰਹਿਮੋ ਕਰਮ ਕਰਨਾ ਚਾਹੀਦਾ, ਲੱਜਾਂ ਨੂੰ ਹੱਥ ਮਾਰਨਾ ਚਾਹੀਦਾ। ਮੱਥਾ ਕਿਹਦੇ ਨਾਲ ਲਾਇਆ ਤੁਸੀਂ?
ਅਕਾਲ ਦੇ ਅਕਾਲ ਤਖਤ ਤੇ ਤਖਤ ਨਾਲ। ਇੱਕ ਐਸੀ ਸੁਪਰ ਪਾਵਰ ਦੇ ਨਾਲ ਲਾਇਆ। ਸ਼ਾਇਦ ਮੈਨੂੰ ਲੱਗਦਾ ਪਰਮਵੀਰ ਇਹਨਾਂ ਲੋਕਾਂ ਨੂੰ ਗਿਆਨ ਹੀ ਨਹੀਂ ਸੀ ਜੀ ਕਿ ਉਹਨਾਂ ਦੇ ਜਿਹੜੀ ਦਿਮਾਗ ਹੈ ਉਹ ਉੱਥੋਂ ਤੱਕ ਪਹੁੰਚੇ ਹੀ ਨਹੀਂ ਜੀ ਕਿ ਉਹ ਮੱਥਾ ਕਿਹਦੇ ਨਾਲ ਲਾ ਦੇ। ਜੀ ਜੀ ਜੀ। ਸੋ ਅਕਾਲ ਤਖਤ ਨੂੰ ਜਿਹੜਾ ਹੈਗਾ ਉਹ ਰਾਜਨੀਤੀ ਵਿੱਚ ਲਿਆ ਕੇ ਵਰਤਣ ਦੀ ਕੋਸ਼ਿਸ਼ ਹਾਲਾਂਕਿ ਕੀਤੀ। ਧਰਮ ਵੱਖਰਾ, ਰਾਜਨੀਤੀ ਵੱਖਰੀ। ਜੀ ਜੇ ਕਿਹਾ ਜਾਵੇ ਕਿ ਗੁਰੂ ਜੀ ਨੇ ਜਦੋਂ ਅਕਾਲ ਤਖਤ ਦੀ ਸਾਜਨਾ ਕੀਤੀ ਤਾਂ ਅਕਾਲ ਤਖਤ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੂਰੇ ਨਜ਼ਰ ਆਉਂਦੇ ਆ। ਜੀ ਜੀ ਪਰ ਜੇ ਦਰਬਾਰ ਸਾਹਿਬ ਤੋਂ ਅਕਾਲ ਤਖਤ ਵੱਲ ਦੇਖਣਾ ਹੋਵੇ ਜੀ। ਤਾਂ ਕਿਹਾ ਜਾਂਦਾ ਕਿ ਉੱਥੋਂ ਅਕਾਲ ਤਖਤ ਨਜ਼ਰ ਨਹੀਂ ਆਉਂਦਾ। ਜੀ ਸੋ ਕੌਣ ਉੱਚਾ ਹੋਇਆ? ਮੈਂ ਬਾਰ-ਬਾਰ ਇਸ ਗੱਲ ਤੇ ਕਿਉਂ ਜ਼ੋਰ ਦੇ ਰਹੀ ਹਾਂ ਕਿ ਥੋੜਾ ਜਿਹਾ ਆਪਣੇ ਦਿਮਾਗ ਤੇ ਜ਼ੋਰ ਦੇ ਕੇ ਇਸ ਚੀਜ਼ ਨੂੰ ਸੋਚੋ ਵੀ ਕੀ ਜੋ ਹੋ ਰਿਹਾ ਹੈ ਇਹ ਸਹੀ ਹੋ ਰਿਹਾ ਹੈ। ਵੀ ਪ੍ਰਸ਼ਾਸਨ ਉੱਥੇ ਪ੍ਰਸ਼ਾਸਨ ਦੀ ਇੰਟਰਫੇਰੈਂਸ ਜਾਂ ਦੁਨਿਆਵੀ ਅਦਾਲਤਾਂ ਦੇ ਇੰਟਰਫੇਰੈਂਸ ਉੱਥੇ ਜਾਇਜ਼ ਆ ਉੱਥੇ ਇਹ ਕਿਉਂ ਹੋਈ ਸੀ? ਕਿਤੇ ਨਾ ਕਿਤੇ ਜਿਹੜੀ ਘਟਨਾ ਵਾਪਰੀ, ਜਿਹੜਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉੱਥੇ, ਔਰ ਉਹ ਵੀ ਸ਼ੱਕ ਦੇ ਕੇ ਕਿਉਂਕਿ ਜਿਵੇਂ ਹੁਣ ਗੱਲਾਂ ਨਿਕਲ ਕੇ ਆ ਰਹੀਆਂ, ਹੁਣ ਆਪਾਂ ਨੂੰ ਤਾਂ ਇਸ ਚੀਜ਼ ਬਾਰੇ ਕੋਈ ਬਹੁਤਾ ਨਹੀਂ ਪਤਾ। ਕਹਿੰਦੇ ਜੀ ਕਪੂਰਥਲੇ ਵਾਲਾ ਜਦੋਂ ਫੜਿਆ ਗਿਆ ਤੇ ਉਹਨੇ ਕਿਹਾ ਕਿ ਅਸੀਂ 20 ਜਾਣੇ ਤਿਆਰ ਕੀਤੇ ਹੋਏ ਹਾਂ ਤੇ ਪੈਸੇ ਦੀ ਖਾਤਰ ਆਏ ਸਾਨੂੰ ਪੈਸੇ ਮਿਲਣ। ਜੀ ਜੀ। ਹੁਣ ਡਾਕਟਰ ਸਾਹਿਬ ਹੈਰਾਨੀ ਇਹ ਗੱਲ ਹੈ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਮੇਰੇ ਖਿਆਲ ਇੱਥੇ ਮੋਬਾਈਲ ਦੇ ਵਿੱਚ ਕਿਸੇ ਨੇ ਜ਼ੂਮ ਕਰਕੇ ਉਹਦੀ ਫੋਟੋ ਤੇ ਵੀਡੀਓ ਭੇਜੀ ਕਿ ਆਹ ਬੰਦਾ ਸੀ ਜੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਦੇ ਦਰਬਾਰ ਸਾਹਿਬ ਦੇ ਵਿੱਚ ਜਿਹਨੇ ਇਹ ਕਾਰਾ ਕੀਤਾ। ਤੁਸੀਂ ਉਹਦੇ ਚਿਹਰੇ ਨੂੰ ਧਿਆਨ ਨਾਲ ਵਾਚਿਓ। ਅਸੀਂ ਉਹਦੀ ਵਕਾਲਤ ਨਹੀਂ ਕਰਦੇ। ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਉਹਨੇ ਕੀਤਾ ਉਹਨੂੰ ਸਜ਼ਾ ਮਿਲ ਗਈ। ਤਾਂ ਫਿਰ ਸਮਝੋ ਗੁਰੂ ਨੇ ਉਹਨੂੰ ਸਜ਼ਾ ਦੇ ਦਿੱਤੀ ਸੰਗਤ ਦੇ ਵਿੱਚ ਵਾਸ ਕਰਕੇ। ਫਿਰ ਤਾਂ ਰੌਲਾ ਖਤਮ। ਫਿਰ ਹੁਣ ਕਿਹੜੀਆਂ ਇਨਕੁਆਰੀਆਂ ਦੀ ਲੋੜ ਹੈ? ਕੋਈ ਲੋੜ ਹੀ ਨਹੀਂ ਇਨਕੁਆਰੀ ਨਹੀਂ। ਹਾਂ, ਇਨਕੁਆਰੀ ਇਹ ਹੋਣੀ ਚਾਹੀਦੀ ਆ ਕਿ ਉਹਦੇ ਪਿੱਛੇ ਤਾਕਤ ਕਿਹੜੀ ਸੀ, ਕਿਉਂਕਿ ਸਾਜ਼ਿਸ਼ ਕਿਹੜੀ ਸੀ। ਹੁਣ ਦੇਖੋ ਨਾ ਪਰਮਵੀਰ, ਜੇ ਇਹਨਾਂ ਨੇ ਇੱਥੇ ਇਸ ਬੰਦੇ ਨੂੰ ਮਾਰ ਦਿੱਤਾ ਜੀ ਤਾਂ ਕਿੰਨੀ ਦੇਰ ਤੱਕ ਕਿੰਨੇ ਕੁ ਬੰਦੇ ਕੀਤਾ ਉਹਨਾਂ ਨੇ ਤਿਆਰ ਕੀਤੇ? ਜਿਵੇਂ ਉਹ ਕਹਿੰਦੇ 20 ਬੰਦੇ ਤਿਆਰ ਕੀਤੇ, ਕੀ ਪਤਾ ਕਿੰਨੇ 20 ਤਿਆਰ ਕੀਤੇ ਹੋਣਗੇ। ਕੀ ਹਰੇਕ ਨੂੰ ਇਹ ਲੋਕ ਮਾਰਨਗੇ? ਹਰੇਕ ਨੂੰ ਮਾਰਨਗੇ। ਇਹਦੇ ਨਾਲੋਂ ਬਿਹਤਰ ਇਹ ਚਾਹੀਦਾ ਸੀ ਕਿ ਉਸ ਬੰਦੇ ਨੂੰ ਫੜ ਲਿਆ ਜਾਂਦਾ। ਜੇ ਇਹਨਾਂ ਨੂੰ ਸੁਪਰੀਮ ਪ੍ਰਸ਼ਾਸਨ ਹੀ ਲੱਗਦਾ ਤਾਂ ਪ੍ਰਸ਼ਾਸਨ ਨੂੰ ਬੁਲਾਇਆ ਜਾਂਦਾ, ਪੁਲਿਸ ਨੂੰ ਬੁਲਾਇਆ ਜਾਂਦਾ ਤੇ ਉਹਨੂੰ ਪੁਲਿਸ ਨੂੰ ਕਿਹਾ ਜਾਂਦਾ ਕਿ ਅਸੀਂ ਤੈਨੂੰ ਵਾਪਸ ਇਹਨੂੰ ਥਾਣੇ ਲਿਜਾਣ ਨਹੀਂ ਦੇਣਾ, ਸਾਡੇ ਸਾਹਮਣੇ ਬੈਠੋ ਤੇ ਇਹਨੂੰ ਇੰਟਰੋਗੇਟ ਕਰੋ, ਇਹਨੂੰ ਕਿਹਨੇ ਭੇਜਿਆ, ਕਿਹੜੀ ਤਾਕਤ ਇਹਦੇ ਪਿੱਛੇ ਹੈ, ਉਸ ਜੜ ਤੱਕ ਜਾਇਆ ਜਾਂਦਾ। ਕਿਉਂਕਿ ਜਿੰਨਾ ਚਿਰ ਅਸੀਂ ਰੋਗ ਦੀ ਜੜ ਨਹੀਂ ਵੜਦੇ ਉਹਨਾਂ ਚਿਰ ਰੋਗ ਖਤਮ ਨਹੀਂ ਹੋਣਾ। ਅੱਜ ਅਸੀਂ ਗੋਲੀ ਦੇ ਕੇ ਸੁਲਾ ਲਿਆਂਗੇ ਪੀੜ ਨੂੰ, ਕੱਲ ਨੂੰ ਪੀੜ ਫੇਰ ਉੱਠੂਗੀ, ਫੇਰ ਗੋਲੀ ਦੇਵਾਂਗੇ, ਫੇਰ ਉੱਠੂਗੀ, ਫੇਰ ਇੰਜੈਕਸ਼ਨ ਲਾਵਾਂਗੇ, ਉਹਦਾ ਕੋਈ ਫਾਇਦਾ ਨਹੀਂ। ਬਿਹਤਰ ਇਹ ਹੁੰਦਾ ਕਿ ਪ੍ਰਸ਼ਾਸਨ ਨੂੰ ਬਿਠਾ ਕੇ ਉਹਦੇ ਸਾਹਮਣੇ ਇੰਟਰੋਗੇਸ਼ਨ ਹੁੰਦੀ ਕਿ ਭਾਈ ਇਹਦਾ ਪਿੱਛੇ ਤਾਕਤ ਹੈ ਕਿਹੜੀ, ਉਸ ਜੜ ਨੂੰ ਫੜਿਆ ਜਾਵੇ ਤਾਂ ਕਿ ਜੜ ਨੂੰ ਵੱਢਿਆ ਜਾਵੇ ਤੇ ਅੱਗੋਂ ਲਈ ਇਸ ਤੇ ਸਦਾ ਲਈ ਬੰਦਿਸ਼ ਲਾਈ ਜਾ ਸਕੇ। ਜੀ। ਸੋ ਜਿਵੇਂ ਡਾਕਟਰ ਸਾਹਿਬ ਨੇ, ਕਿਉਂਕਿ ਦਰਦ ਚੋਂ ਨਿਕਲਦੀਆਂ ਗੱਲਾਂ ਨਾ, ਬੰਦਾ ਭਾਵਨਾ ਚ ਬਹਿ ਜਾਂਦਾ ਜੋ ਕੁਝ ਵਾਪਰਿਆ। ਹੁਣ ਉਹ ਤੁਸੀਂ ਚਿਹਰੇ ਨੂੰ ਧਿਆਨ ਨਾਲ ਦੇਖੋ। ਔਰ ਹੁਣ ਮੈਂ ਪਿਛਲੀ ਘਟਨਾ ਨਾਲ ਜੋੜ ਕੇ ਦੇਖਦੀ ਹਾਂ ਜਿਹੜੀ ਸਿੰਘੂ ਬਾਰਡਰ ਦੇ ਉੱਪਰ ਹੋਈ ਸੀ। ਹਾਂ ਬਿਲਕੁਲ। ਇਹ ਤੇ ਜਿਹੜਾ ਕਪੂਰਥਲੇ ਦੇ ਵਿੱਚ ਫੜਿਆ ਗਿਆ, ਇਹਨਾਂ ਤਿੰਨਾਂ ਦੇ ਚਿਹਰੇ ਧਿਆਨ ਨਾਲ ਦੇਖ ਲਓ। ਸੋਸ਼ਲ ਮੀਡੀਆ ਤੇ ਆ ਰਹੇ ਨੇ। ਕਹਿੰਦੇ ਸੁਲਤਾਨਵਿੰਡ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਘਟਨਾ ਹੋਣ ਜਾ ਰਹੀ ਸੀ। ਉੱਥੋਂ ਦਾ ਜਿਹੜਾ ਉਹ ਮੁੰਡਾ, ਉਹਦੀ ਸ਼ਕਲ ਵੀ ਇਹਨਾਂ ਦੇ ਨਾਲ ਮਿਲਦੀ ਹੈ। ਬਿਲਕੁਲ। ਸੋ ਇਹਨਾਂ ਨੂੰ ਧਿਆਨ ਨਾਲ ਦੇਖਿਓ। ਔਰ ਹੈਰਾਨੀ ਵਾਲੀ ਗੱਲ ਡਾਕਟਰ ਸਾਹਿਬ ਇਹ ਹੈ ਕਿ ਜਦੋਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਹੁੰਦੀਆਂ, ਖਾਸ ਕਰ ਜਦੋਂ ਕੇਵਲ ਤੇ ਕੇਵਲ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ, ਉਦੋਂ ਕੋਈ ਪੜ੍ਹਿਆ ਲਿਖਿਆ ਸ਼ਖਸ ਨਹੀਂ ਹੁੰਦਾ। ਕੋਈ ਨਹੀਂ ਹੁੰਦਾ ਇਹੋ ਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਾ। ਦਿਖਾਓ ਮੈਨੂੰ ਕੋਈ ਇੱਕ ਵੀ ਕੋਈ ਪੜ੍ਹਿਆ ਲਿਖਿਆ ਸ਼ਖਸ ਹੋਵੇ। ਸਾਰੇ ਗਰੀਬ ਇਸ ਕਿਸਮ ਦੇ ਲੋਕ ਚੁਣੇ ਜਾਂਦੇ ਨੇ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਇਹਨਾਂ ਨੂੰ ਕੌਣ ਪ੍ਰੇਰਿਤ ਕਰਦਾ, ਕਿਹੜੀ ਸਾਜ਼ਿਸ਼ ਹੈ ਇਹਦੇ ਮਗਰ, ਕੌਣ ਇਹਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਕੇ ਭੇਜਦਾ, ਕੌਣ ਭੇਜਦਾ ਇਹੋ ਜਿਹੇ ਚਿਹਰਿਆਂ ਨੂੰ। ਜਿੰਨੀ ਦੇਰ ਤੱਕ ਉਸ
ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਬਣੇ ਰਹਿਣਗੇ ਜੀ। ਜਿਹੜਾ ਇੱਕ ਆਪਣੇ ਘਰੇ ਚੰਗਾ ਰੋਟੀ ਖਾਂਦਾ, ਉਹਨੂੰ ਕੱਪੜਾ ਅੱਛਾ ਪਹਿਨਣ ਨੂੰ ਮਿਲਦਾ, ਚੰਗੀ ਛੱਤ ਆ ਸਿਰ ਤੇ, ਸਮਾਜ ਦੇ ਵਿੱਚ ਕੋਈ ਉਹਦਾ ਰੁਤਬਾ ਹੈ, ਚਾਰ ਲੋਕ ਉਹਦੇ ਨਾਲ ਜੁੜੇ ਹੋਏ ਆ, ਕੀ ਤੁਸੀਂ ਉਹਨੂੰ ਭੇਜ ਦਿਓਗੇ ਵੀ ਆਹ ਕਾਰਨਾਮਾ ਉੱਥੇ ਜਾ ਕੇ ਦਰਬਾਰ ਸਾਹਿਬ ਕਰਿਆ? ਕਦੇ ਨਹੀਂ ਦਿਮਾਗ ਕੰਮ ਕਰਦਾ ਹੋਇਆ ਕਦੇ ਨਹੀਂ ਕਰਦਾ। ਜਾਏਗਾ। ਕਿੱਡਾ ਵੀ ਰਾਜਨੇਤਾ, ਨੇਤਾ, ਮੰਤਰੀ ਉਹਨੂੰ ਪ੍ਰੈਸ਼ਰਾਈਜ਼ ਕਰੇ ਕਿ ਵੀ ਤਾਂ ਮੈਂ ਤੈਨੂੰ ਆਹ ਦੇ ਦੂੰ, ਮੈਂ ਤੈਨੂੰ 90 ਲੱਖ ਦੇ ਦੂੰ, ਮੈਂ ਤੈਨੂੰ ਕਰੋੜ ਦੇ ਦੂੰ, ਉਹ ਕਦੇ ਵੀ ਕਰਨ ਲਈ ਤਿਆਰ ਨਹੀਂ ਹੋਵੇਗਾ, ਹਿੰਮਤ ਨਹੀਂ ਪੈਂਦੀ। ਇਹ ਤੇ ਵੀ ਵਿਚਾਰ ਕਰਿਓ। ਇੱਕ ਸਵਾਲੀਆ ਨਿਸ਼ਾਨ ਆ ਤੁਹਾਡੇ ਤੇ, ਤੁਸੀਂ ਕੀ ਖੋਜਦੇ ਹੋ? ਸਵਾਲ ਸਾਨੂੰ ਕਰਦੇ ਹੋ, ਤੁਸੀਂ ਕੀ ਖੋਜਦੇ ਹੋ? ਤੁਹਾਡੇ ਤੇ ਸਵਾਲ ਖੋਜੋ ਵੀ ਉਹ ਸਾਰੇ ਚਿਹਰੇ ਇਕੱਠੇ ਕਰਕੇ ਮਿਲਾ ਕੇ ਦੇਖੋ, ਕੜੀ ਨਾਲ ਕੜੀ ਜੋੜ ਕੇ ਦੇਖਿਓ। ਜਿਹੜਾ ਸਿੰਘੂ ਬਾਰਡਰ ਤੇ ਵਾਪਰੀ ਆ, ਉਹ ਵੀ ਇੱਕ ਬਿਲਕੁਲ ਦਲਿਤ ਗਰੀਬ ਪਰਿਵਾਰ ਸੀਗਾ, ਬਿਲਕੁਲ ਗਰੀਬ ਪਰਿਵਾਰ ਦਾ ਇੱਕ ਜਿਹੜਾ ਬੰਦਾ ਉੱਥੇ ਜਾਂਦਾ ਸੀ, ਉਦੋਂ ਵੀ ਕਿਹਾ ਸੀ ਕਿ ਨਹੀਂ ਗਲਤ ਹੋਇਆ, ਕਿਉਂਕਿ ਤੁਸੀਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਕਿੰਨਿਆਂ ਨੂੰ ਮਾਰੀ ਜਾਓਗੇ, ਕੀ ਪਤਾ ਉਸ ਤਾਕਤ ਨੇ, ਉਸ ਸ਼ਕਤੀ ਨੇ, ਉਸ ਜਿਹੜਾ ਕਹਿ ਲਓ ਸਾਜ਼ਿਸ਼ ਨੇ ਇੱਕ ਤੋਂ ਬਾਅਦ ਇੱਕ ਕਿੰਨੇ ਤਿਆਰ ਜਿਹੜੇ ਸ਼ਾਤਰ ਲੋਕ ਹੁੰਦੇ ਆ ਉਹ ਇਸ ਤਰ੍ਹਾਂ ਦੇ ਕੰਮ ਕਰਨ ਚ ਮਾਹਰ ਹੁੰਦੇ ਜੀ ਜੀ ਭੇਜਣੇ ਨੇ। ਹੁਣ ਤੁਸੀਂ ਉਹਨਾਂ ਨੂੰ ਤਾਂ ਮਾਰੀ ਜਾਓਗੇ, ਉਹਨੂੰ ਮਾਰ ਦਿੱਤਾ। ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਕਤਲ ਕਰਨ ਵਾਲੇ ਨਾਲੋਂ ਜਿਹਨੇ ਉਕਸਾ ਕੇ ਕਤਲ ਕਰਵਾਇਆ ਹੈ ਉਹ ਜ਼ਿਆਦਾ ਦੋਸ਼ੀ ਹੈ। ਹੁਣ ਜਿਹਨੇ ਉਹਨੂੰ ਭੇਜਿਆ ਉੱਥੋਂ ਤੱਕ ਤਾਂ ਤੁਸੀਂ ਪਹੁੰਚੇ ਨਹੀਂ। ਹੋ ਸਕਦਾ ਵੀ ਫਟਾਫਟ ਜਿਹੜਾ ਨੂੰ ਮਾਰ ਦਿੱਤਾ ਗਿਆ, ਕਿਤੇ ਨਾ ਕਿਤੇ ਕੁਝ ਭੀੜ ਦੇ ਵਿੱਚ ਇਹੋ ਜਿਹੇ ਲੋਕ ਵੀ ਹੋਣ ਜਿਹੜੇ ਖੁਦ ਵੀ ਸ਼ਾਮਲ ਹੋਣ, ਤੇ ਉਹਨਾਂ ਨੂੰ ਹੋਵੇ ਵੀ ਇਹਨੂੰ ਫਟਾਫਟ ਕਤਲ ਕਰੋ, ਕਿਉਂਕਿ ਉਹ ਭੀੜ ਦਾ ਜਿਹੜਾ ਹਿੱਸਾ ਬਣੇ ਹੋਏ ਸੀ ਉਹਨਾਂ ਨੂੰ ਇਹ ਡਰ ਹੋਣਾ ਹੈ ਕਿ ਇਹ ਕਿਤੇ ਸਾਡਾ ਸੱਚ ਨਾ ਉਗਲ ਦੇਵੇ, ਇਸ ਕਰਕੇ ਉਹਨਾਂ ਨੇ ਉਹਨੂੰ ਮਾਰਨ ਦੀ। ਬਿਲਕੁਲ ਬਿਲਕੁਲ ਵੀ ਕਿਹੜੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਖੜੇ ਹੁੰਦੇ ਨੇ, ਪਰ ਸਵਾਲਾਂ ਦੇ ਜਵਾਬ ਦੇਗਾ ਕੌਣ? ਉਦੋਂ ਤੱਕ ਸਵਾਲਾਂ ਦੇ ਅਸੀਂ ਇਕੱਲੇ ਦੋਨੋਂ ਜਾਣੇ ਮੰਗੀ ਜਾਵਾਂਗੇ, ਕਿਸੇ ਨੇ ਨਹੀਂ ਦੇਣੇ, ਨਾ ਕਮੇਟੀ ਨੇ, ਨਾ ਪ੍ਰਬੰਧਕ ਨੇ, ਕਿਸੇ ਨੇ। ਰਾਜਨੀਤੀ ਵਾਲਾ ਦੁਸ਼ਮਣ ਬਣ ਜਾਣਗੇ। ਸਵਾਲਾਂ ਦੇ ਜਵਾਬ ਉਦੋਂ ਮਿਲਣੇ ਆ ਜਦੋਂ ਕਿਸਾਨਾਂ ਵਾਂਗੂ ਇਕਜੁੱਟ ਹੋ ਕੇ, ਇੱਕ ਮੁੱਠ ਹੋ ਕੇ, ਔਰ ਸਬਰ ਸਬੂਰੀ ਦੇ ਨਾਲ, ਔਰ ਪੂਰੀ ਆਪਣੀ ਦ੍ਰਿੜਤਾ ਦੇ ਨਾਲ, ਨਿਸ਼ਚੇ ਦੇ ਨਾਲ ਇਕੱਠੇ ਹੋ ਕੇ ਨਾ, ਆਪ ਦੇਖੋ ਕੱਲੀ ਉਂਗਲੀ ਕੁਛ ਨਹੀਂ ਕਰ ਸਕਦੀ, ਦੋ ਉਂਗਲੀਆਂ ਵੀ ਕੁਛ ਨਹੀਂ ਕਰ ਸਕਦੀਆਂ। ਜਦੋਂ ਇਹ ਮੁੱਠੀ ਬੰਦ ਕਰ ਲਾਂਗੇ, ਪੰਚ ਬਣ ਜੂਗੀ, ਜਦੋਂ ਫਿਰ ਕਿਸੇ ਦੇ ਮੂੰਹ ਤੇ ਘਸੁੰਨ ਪੈਂਦਾ ਹੈ ਨਾ, ਤੇ ਜਵਾੜੇ ਕਿਸੇ ਦਾ ਨੱਕ ਵੀ ਭੰਨੂਗੀ, ਕਿਸੇ ਦੇ ਜਵਾੜੇ ਵੀ ਭੰਨੂਗੀ। ਬਿਲਕੁਲ। ਸੋ ਇਸ ਤਰੀਕੇ ਨਾਲ ਮਸਲਾ ਹੱਲ ਹੋਣਾ ਹੈ, ਇਕੱਠੇ ਹੋਣਾ ਪੈਣਾ ਤੁਹਾਨੂੰ ਸਾਰਿਆਂ ਨੂੰ। ਇਕੱਠੇ ਹੋਵੋ, ਬੈਠੋ, ਪ੍ਰਬੰਧਕ ਕਮੇਟੀ ਤੋਂ ਵੀ ਜਵਾਬ ਮੰਗੋ, ਪਹਿਲਾਂ ਇਹਨੂੰ ਬਰੀਕ ਬੀਨੀ ਦੇ ਨਾਲ ਛਾਣਬੀਨ ਖੁਦ ਕਰੋ, ਖੁਦ ਤੁਸੀਂ ਉਹ ਕਰੋ, ਬਿਨਾਂ ਉਹ ਜਿਹੜਾ ਭੜਕ ਕੇ ਫਟਾਫਟ ਮਾਰ ਦੇਣਾ, ਕੱਟ ਵੱਢ ਕਰ ਦੇਣੀ, ਮੁੜ ਕੇ ਝਟਕਾਤਾ ਜੀ, ਹਲਾਲ ਕਰਤਾ ਜੀ, ਉਹ ਕਰਤਾ। ਇਸ ਪਾਸੇ ਨਾ ਲੈ ਕੇ ਜਾਓ ਹਾਲਾਤਾਂ ਨੂੰ, ਸਮਾਜ ਨੂੰ। ਫਿਰ ਤਾਂ ਏਦਾਂ ਤਾਂ ਜੇ ਇਸ ਤਰੀਕੇ ਨਾਲ ਨਿਆਂ ਹੋਣ ਲੱਗੇ ਤਾਂ ਫਿਰ ਤਾਂ ਅਨਾਰਕੀ ਫੈਲੇਗੀ। ਸੋ ਅਸੀਂ ਖੁਦ ਕਿਉਂ ਰਾਸ਼ਟਰਪਤੀ ਰਾਜ ਦੀਆਂ ਦਹਲੀਜ਼ਾਂ ਤੇ ਲੈ ਕੇ ਜਾ ਰਹੇ ਹਾਂ ਪੰਜਾਬ ਨੂੰ? ਸੋਚੋ ਜਰਾ, ਸੋਚੋ। ਉਹ ਪੜ੍ਹੇ ਲਿਖੇ ਲੋਕ ਨਹੀਂ ਹੈ। ਚਾਲਾਂ ਜਿਹੜੀਆਂ ਨੇ ਉਹ ਸ਼ਾਤਰ ਚਾਲਾਂ ਨੇ, ਇਹੋ ਜਿਹੇ ਕੰਮ ਕਰਨੇ ਆ, ਸਾਨੂੰ ਭੜਕਾਉਣਾ ਹੈ ਤੇ ਸਾਡੇ ਤੋਂ ਇਹੋ ਜਿਹੇ ਕੰਮ ਕਰਵਾ ਕੇ ਉਹਨਾਂ ਨੇ ਰਾਸ਼ਟਰਪਤੀ ਰਾਜ ਲਵਾਉਣਾ ਹੈ ਕਿ ਅਸੀਂ ਉਸ ਜਾਲ 'ਚ ਫਸਦੇ ਜਾ ਰਹੇ ਹਾਂ। ਸਾਨੂੰ ਬਹੁਤ ਸੋਚਣ ਦੀ ਲੋੜ ਹੈ। ਬਿਲਕੁਲ। ਸਵਾਲਾਂ ਦੇ ਘੇਰੇ 'ਚ ਮਾਫ ਕਰਨਾ ਪ੍ਰਬੰਧਕ ਵੀ ਹੋਣੇ ਚਾਹੀਦੇ। ਬਿਲਕੁਲ। ਸਵਾਲਾਂ ਦੇ ਘੇਰੇ 'ਚ ਰਾਜਨੀਤੀਵਾਨ ਵੀ ਹੋਣੇ ਚਾਹੀਦੇ। ਸਵਾਲਾਂ ਦੇ ਘੇਰੇ 'ਚ ਹੋਰ ਬੜੇ ਹੋਣੇ ਚਾਹੀਦੇ ਜਿਹੜੇ ਕੁਝ ਰਲ ਮਿਲ ਕੇ, ਇਕੱਲੇ ਕਾਰੇਦਾਰ ਨਹੀਂ, ਰਲ ਮਿਲ ਕੇ ਹੋ ਰਿਹਾ। ਸੋ ਇਹ ਵਾਪਰਨੀਆਂ ਘਟਨਾਵਾਂ ਡਾਕਟਰ ਸਾਹਿਬ ਇਹ ਸੀਗਾ, ਤੇ ਬਹੁਤਾ ਕੁਝ ਤਾਂ ਮੇਰੇ ਖਿਆਲ ਇਹਦੀ ਹੋਰ ਚੀਰ ਫਾੜ ਕਰਨ ਦੀ ਲੋੜ ਨਹੀਂ, ਕਿਉਂਕਿ ਦਰਸ਼ਕਾਂ ਤੇ ਜਿੰਨੇ ਕੁ ਨੁਕਤੇ ਦਰਸ਼ਕਾਂ ਨੇ ਪੁੱਛੇ ਸੀ ਉਹਦੇ ਹਿਸਾਬ ਨਾਲ ਆਪਾਂ ਇਸ ਤੇ ਚਰਚਾ ਕਰ ਲਈ ਹੈ। ਤੇ ਹੁਣ ਆਪਾਂ ਦੂਸਰੇ ਨੁਕਤੇ ਵੱਲ ਆਈਏ, ਜਿਹੜਾ ਕਿ ਆਪਣੀ ਸਰਕਾਰ ਸਾਨੂੰ ਕਿਸ ਤਰ੍ਹਾਂ ਦਿਨੇ ਤਾਰੇ ਦਿਖਾ ਰਹੀ ਹੈ ਜਾਂ ਕੀ ਕੁਛ ਕਰ ਰਹੀ ਹੈਗੀ ਆ, ਸਾਡੇ ਅੱਖੀਂ ਘੱਟਾ ਕਿਵੇਂ ਪਾ ਰਹੀ ਹੈ। ਉਹ ਖੁੱਲੀਆਂ ਅੱਖਾਂ ਦੇ ਨਾਲ ਸਾਨੂੰ ਸੁਪਨੇ ਦਿਖਾ ਰਹੀ ਹੈ, ਔਰ ਪੂਰੇ ਹੋਣ ਜਾਂ ਨਾ ਹੋਣ ਇਹਦੀ ਕੋਈ ਗਰੰਟੀ ਨਹੀਂ। ਸੋ ਡਾਕਟਰ ਸਾਹਿਬ ਦਰਸ਼ਕਾਂ ਦੇ ਸਵਾਲ ਨੇ, ਕਹਿੰਦੇ ਵੀ ਚੰਨੀ ਸਾਹਿਬ ਜਿਹੜੀ ਮੌਜੂਦਾ CM ਸਾਹਿਬ ਹੈਗੇ ਨੇ, ਉਹ ਆਏ ਦਿਨ ਐਲਾਨ ਤੇ ਐਲਾਨ ਕਰੀ ਜਾਂਦੇ ਨੇ, ਕਹਿੰਦੇ ਜਿਹਦੇ ਵਿੱਚੋਂ ਕੋਈ ਵੀ ਐਲਾਨ ਜਿਹੜਾ ਅਜੇ ਅਮਲੀ ਜਾਮਾ ਨਹੀਂ ਆਇਆ ਹੈਗਾ। ਕਹਿੰਦੇ ਅਜਿਹਾ ਕਿਉਂ ਕਰ ਰਹੇ ਨੇ? ਕਹਿੰਦੇ ਅਜਿਹੀ ਕਿਹੜੀ ਉਹਨਾਂ ਦੇ ਕੋਲੇ
ਖਾਣ ਪੱਟੀ ਹੋਈ ਹੈ ਕਿ ਉਹ ਇਸ ਤਰ੍ਹਾਂ ਗੱਪੇ ਭਰ ਗੱਲੀ ਬਾਤੀ ਵੰਡੀ ਜਾਂਦੇ ਨੇ? ਥੋੜਾ ਜਿਹਾ ਉਹਦੇ ਤੇ ਵੀ ਚਾਨਣਾ ਪਾ ਦਿਓ। ਕਹਿੰਦੇ ਅੱਖੀ ਘੱਟਾ ਪਾ ਰਹੇ ਨੇ। ਬਿਲਕੁਲ ਅੱਖੀ ਘੱਟਾ ਪਾਉਣ ਵਾਲੀ ਗੱਲ ਹੀ ਹੈ। ਕਾਰਨ ਇਹ ਹੈ ਪਰਮਵੀਰ ਕਿ ਦੇਖੋ ਨਾ, ਸਾਡੇ ਫਾਈਨਾਂਸ ਮਿਨਿਸਟਰ ਜਦੋਂ ਤੋਂ ਫਾਈਨਾਂਸ ਮਿਨਿਸਟਰੀ ਉਹਨਾਂ ਕੋਲ ਆਈ ਹੈ, ਉਹਨਾਂ ਨੇ ਖਾਲੀ ਪੀਪਾ ਹੀ ਖੜਕਾਇਆ। ਖਾਲੀ ਹੈ ਜੀ ਖਜ਼ਾਨਾ, ਖਾਲੀ ਹੈ ਜੀ ਖਜ਼ਾਨਾ, ਖਾਲੀ। ਤੇ ਜੇ ਖਜ਼ਾਨਾ ਖਾਲੀ ਹੈ ਤਾਂ ਹੁਣ ਇਸ ਵੇਲੇ ਜਿਹੜੇ ਐਲਾਨ ਹੋ ਰਹੇ ਨੇ ਉਹ ਕਿੱਥੋਂ ਭਰੇ ਜਾਣਗੇ? ਕੀ ਉਹਦੇ 'ਚ ਪੈਸਾ ਖਰਚ ਨਹੀਂ ਆਏਗਾ? ਪੈਸਾ ਖਰਚ ਹੋਏਗਾ ਨਾ। ਤੇ ਜੇ ਪੈਸਾ ਖਰਚ ਹੋਏਗਾ ਤਾਂ ਕਿਹੜੇ ਖਜ਼ਾਨੇ 'ਚ ਹੋਏਗਾ? ਹੁਣ ਕੀ ਖਜ਼ਾਨਾ ਭਰ ਚੁੱਕਿਆ ਹੋਇਆ? ਸੋ ਜੇ ਖਜ਼ਾਨਾ ਖਾਲੀ ਹੈ ਤਾਂ ਲੋਕ ਪੁੱਛਦੇ ਨੇ ਕਿ ਉਸ ਖਾਲੀ ਖਜ਼ਾਨੇ ਦੇ ਹੁੰਦਿਆਂ ਸਾਨੂੰ ਲਾਰੇ ਕਿਉਂ ਲਾਏ ਜਾ ਰਹੇ ਨੇ? ਜਾਂ ਤਾਂ ਐਲਾਨ ਨਾ ਕੀਤੇ ਜਾਣ, ਤੇ ਜੇ ਐਲਾਨ ਕੀਤੇ ਜਾ ਰਹੇ ਆ ਤਾਂ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤਾਂ ਕਿ ਲੋਕ ਵੀ ਸਮਝ ਸਕਣ ਕਿ ਹਾਂ ਪਹਿਲਾਂ ਖਜ਼ਾਨਾ ਖਾਲੀ ਸੀਗਾ, ਲੇਕਿਨ ਉਹ ਬਹਾਨੇਬਾਜ਼ੀ ਸੀਗੀ ਕੰਮ ਨਾ ਕਰਨ ਦੀ। ਲੇਕਿਨ ਹੁਣ ਜੇ ਚੰਨੀ ਸਾਹਿਬ ਨੇ ਐਲਾਨ ਕਰਨੇ ਸ਼ੁਰੂ ਕੀਤੇ ਆ ਤਾਂ ਚੰਨੀ ਸਾਹਿਬ ਨੂੰ ਇਹ ਵੀ ਚਾਹੀਦਾ ਹੈ ਕਿ ਭਾਈ ਖਜ਼ਾਨਾ ਭਰਿਆ ਹੋਇਆ, ਉਹਦੇ ਵਿੱਚੋਂ ਅਸੀਂ ਅਮਲੀ ਜਾਮਾ ਦੇਖੋ ਪਹਿਨਾ ਦਿੱਤਾ। ਹੁਣ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਾਰ-ਬਾਰ ਕਿਹਾ ਜਾ ਰਿਹਾ, ਬਿਜਲੀ ਦੇ ਬਿੱਲ ਜੀ ਦੇਤੇ। ਗੁਲਾਬੀ ਸੁੰਡੀ ਵਾਲੇ ਜਿਹੜੇ ਕਿਸਾਨ ਰੋਂਦੇ ਸੀ ਉਹਨਾਂ ਨੂੰ ਜੀ ਮੁਆਵਜ਼ਾ ਦਿੱਤਾ, ਜਦੋਂ ਕਿ ਅਜੇ ਤੱਕ ਉਹ ਸੰਸਦ ਦੇ ਵਿੱਚ ਜਿਹੜਾ ਇਹਨਾਂ ਦਾ ਕੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਪਰਸੋਂ ਜਿਹੜੀ ਬੁਲਾਈ ਹੈ ਉਹਦੇ ਵਿੱਚ ਡਿਸਕਸ਼ਨ ਕੀਤੀ ਹੈ ਕਿ ਕੀ ਕਰਨਾ ਕੀ ਨਹੀਂ ਕਰਨਾ। ਅਜੇ ਵਿੱਚ ਵਿਚਾਲੇ ਸਾਰੀ ਚੀਜ਼ਾਂ ਰੜਕਦੀਆਂ ਪਈਆਂ ਨੇ। ਤਾਂ ਇਹਨਾਂ ਨੂੰ ਐਲਾਨਾਂ ਦੀ ਥਾਂ ਤੇ ਉਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਕੁਝ ਯਕੀਨ ਆ ਸਕੇ ਕਿ ਹਾਂ ਸਾਡੇ ਸੀਐਮ ਸਾਹਿਬ ਨੇ ਪਹਿਲੇ ਨੇ ਸਿਰਫ ਸਾਨੂੰ ਬਹਾਨੇ 'ਚ ਰੱਖਿਆ, ਲਾਰਿਆਂ 'ਚ ਰੱਖਿਆ, ਤੇ ਹੁਣ ਵਾਲਾ ਜਿਹੜਾ ਸੀਐਮ ਹੈ ਸਹੀ ਰੂਪ 'ਚ ਲੋਕਾਂ ਦਾ ਸੀਐਮ ਹੈ ਤੇ ਉਹਨੇ ਲੋਕਾਂ ਨੂੰ ਜੋ ਵਾਅਦੇ ਕੀਤੇ, ਜੋ ਐਲਾਨ ਕੀਤੇ, ਉਹਨਾਂ ਨੂੰ ਅਮਲੀ ਜਾਮਾ ਪਹਿਨਾ ਕੇ ਵੀ ਦਿਖਾ ਦਿੱਤਾ। ਖੈਰ ਅਜੇ ਤਾਂ ਸਾਡੇ ਸੀਐਮ ਸਾਹਿਬ ਜਿਹੜੇ ਉਹ ਕੰਪੀਟੀਸ਼ਨ 'ਚ ਲੱਗੇ ਹੋਏ ਨੇ ਦਿੱਲੀ ਦੇ ਸੀਐਮ ਦੇ ਨਾਲ। ਉਹ ਆ ਕੇ ਕਹਿੰਦਾ ਮੈਂ ਆਮ ਆਦਮੀ ਆ, ਤੇ ਉਹ ਕਹਿੰਦੇ ਕਿ ਨਹੀਂ ਮੈਂ ਵੱਡਾ ਆਮ ਆਦਮੀ ਆ, ਮੈਂ ਆ ਕੀਤਾ, ਮੈਂ ਤੂੰ ਆਮ ਆਦਮੀ ਨਹੀਂ। ਅਜੇ ਤਾਂ ਇਹਦਾ ਦਾ ਫੈਸਲਾ ਨਹੀਂ ਹੋਇਆ। ਤੇ ਬਾਕੀ ਮੇਰੇ ਖਿਆਲ ਇੱਕ ਗੱਲ ਕਿਸੇ ਦਰਸ਼ਕ ਨੇ ਹੋਰ ਲਿਖੀ ਹੈ, ਕਹਿੰਦੇ ਵੀ ਚੰਨੀ ਸਾਹਿਬ ਨੇ ਚੌਪਰ ਤਾਂ ਰਿਕਸ਼ੇ ਦੀ ਤਰ੍ਹਾਂ ਹੀ ਵਰਤਣਾ ਸ਼ੁਰੂ ਕਰ ਦਿੱਤਾ। ਇਹਦੇ ਬਾਰੇ ਠੀਕ ਹੈ, ਕਿਉਂਕਿ ਉਹ ਜੇ 5 ਕਿਲੋਮੀਟਰ ਵੀ ਜਾਣਾ ਤਾਂ ਵੀ ਚੌਪਰ ਤੇ ਜਾਣਾ, ਜੇ 15 ਕਿਲੋਮੀਟਰ ਜਾਣਾ ਤਾਂ ਵੀ ਚੌਪਰ ਤੇ ਜਾਣਾ, ਤੇ ਜੇ 50 ਕਿਲੋਮੀਟਰ ਜਾਣਾ ਤਾਂ ਜਾਣਾ ਹੀ ਚੌਪਰ ਤੇ। ਮੇਰੇ ਕੋਲ ਡਾਕਟਰ ਸਾਹਿਬ ਚੰਨੀ ਸਾਹਿਬ ਨੂੰ ਇਹ ਹੋਣਾ ਵੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਬੜਾ ਇੱਕੋ ਵਾਰੀ ਆਪਣਾ ਕੋਟਾ ਪੂਰਾ ਚੌਪਰ ਤੇ ਚੜ੍ਹਦਾ। ਚਲੋ ਕੋਈ ਗੱਲ ਨਹੀਂ, ਲੈਣ ਦਿਓ ਕਰਨ ਵੈਸੇ ਵੀ ਥੋੜਾ ਜਿਹਾ ਹੋਰ ਬੋਝ ਪੈ ਜਾਊਗਾ ਲੋਕਾਂ ਤੇ। ਬਜਟ ਤਾਂ ਇਹੀ ਆ, ਕੋਈ ਨਹੀਂ, ਜਿੱਥੇ ਲੋਕ ਪਹਿਲਾਂ ਪੀਸੀ ਜਾਂਦੇ ਉੱਥੇ ਹੋਰ ਕਰਜ਼ੇ 'ਚ ਪੈਸੇ ਲੈਣਗੇ। ਬਿਲਕੁਲ। ਸੋ ਅਗਲੀ ਗੱਲ ਕਹਿੰਦੇ ਵੀ ਜਿਹੜਾ ਟੋਲ ਪਲਾਜ਼ਾ ਨੂੰ ਲੈ ਕੇ ਵੀ ਦੁਬਾਰਾ ਧਰਨੇ ਤੇ ਫਿਰ ਕਿਸਾਨ ਬੈਠ ਗਏ ਨੇ। ਬਿਲਕੁਲ ਬੈਠਣੇ ਪੈਣਾ ਸੀ, ਕਾਰਨ ਕਿ ਅਸੀਂ ਤਾਂ ਪਹਿਲਾਂ ਹੀ ਜਦੋਂ ਅਜੇ ਐਲਾਨ ਹੀ ਹੋ ਰਿਹਾ ਸੀ ਕਿ ਹਾਂ ਮੋਰਚਾ ਚੁੱਕਿਆ ਜਾਣਾ, ਇਹੀ ਸਮੱਸਿਆ ਨੇ ਇਹੀ ਕਿਹਾ ਦਰਸ਼ਕ ਨੇ। ਅਸੀਂ ਸਮੱਸਿਆ ਉਸ ਵੇਲੇ ਇਹੀ ਚੁੱਕੀ ਸੀ ਕਿ ਜਿਹੜੇ ਟੋਲ ਪਲਾਜ਼ੇ ਉਹਨਾਂ ਬਾਰੇ ਕੋਈ ਅਜੇ ਐਲਾਨ ਨਹੀਂ ਕੀਤਾ ਗਿਆ, ਕਿਸਾਨਾਂ ਵੱਲੋਂ ਵੀ ਕੋਈ ਉਸ ਵੇਲੇ ਗੱਲ ਨਹੀਂ ਸੀ ਕੀਤੀ ਗਈ, ਤੇ ਅਸੀਂ ਇਹੀ ਕਹਿੰਦੇ ਸੀ ਕਿ ਆਮ ਜਨਤਾ ਉੱਥੇ ਦੁੱਗਣੇ ਤਿੱਗਣੇ ਰੇਟ ਦੇਣ ਲਈ ਮਜਬੂਰ ਹੋ ਜਾਊਗੀ। ਤੇ ਉਹੀ ਗੱਲ ਆਪਣੀ ਸਹੀ ਹੋਈ, ਸੱਚ ਹੋਈ ਕਿ ਨਾ, ਕਿ ਉਹੀ ਗੱਲ ਹੋਈ ਕਿ ਉਹਨਾਂ ਨੇ ਚੁੱਪ ਚਪੀਤੇ ਰੇਟ ਵਧਾ ਦਿੱਤੇ। ਤੇ ਹੁਣ ਜਦੋਂ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਕਿਸਾਨ ਜਥੇਬੰਦੀਆਂ ਸਭ ਤੋਂ ਪਹਿਲਾਂ ਰਾਹਾਂ ਸਾਹਿਬ ਨੇ ਤੇ ਉਸ ਤੋਂ ਪਿੱਛੋਂ ਦੂਜੀਆਂ ਜਥੇਬੰਦੀਆਂ ਨੇ ਵੀ ਇਹਨਾਂ ਨੇ ਟੋਲ ਪਲਾਜ਼ੇ ਘੇਰਨੇ ਸ਼ੁਰੂ ਕਰ ਦਿੱਤੇ ਤੇ ਉੱਥੇ ਪੱਕੇ ਮੋਰਚੇ ਲਾ ਦਿੱਤੇ। ਹੁਣੇ ਤਾਜ਼ਾ ਡੀ.ਕੇ. ਸ਼ਰਮਾ ਜੀ ਦਾ ਸਵਾਲ ਹੈ। ਉਹ ਕਹਿੰਦੇ ਕਿ ਡਾਕਟਰ ਸਾਹਿਬ ਵੀ ਤੁਸੀਂ ਇਹ ਦੱਸੋ ਵੀ ਜਿਹੜੀ ਹੁਣ ਹਾਲਾਤ ਕਿੱਧਰ ਨੂੰ ਜਾਣਗੇ, ਪੰਜਾਬ ਦੇ ਖਤਰਨਾਕ ਬਣ ਰਹੇ ਨੇ। ਬਿਲਕੁਲ ਖਤਰਨਾਕ ਬਣ ਰਿਹਾ। ਜੇ ਅਸੀਂ ਨਾ ਸੰਭਲੇ, ਜੇ ਅਸੀਂ ਏਕੇ ਦੇ ਵਿੱਚ ਨਾ ਰਹੇ ਤਾਂ ਇਹ ਖਤਰਨਾਕ ਹਾਲਾਤ ਇਸ ਤੋਂ ਵੀ ਖਤਰਨਾਕ ਹੋ ਸਕਦੇ ਆ। ਅਸੀਂ ਅਰਾਜਕਤਾ ਵੱਲ ਵੱਧਦੇ ਜਾ ਰਹੇ ਹਾਂ, ਰਾਸ਼ਟਰਪਤੀ ਰਾਜ ਤੱਕ ਲਾਗੂ ਹੋਣ ਦੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਨੇ। ਪਰ ਇਸ ਵੇਲੇ ਸਭ ਤੋਂ ਵੱਡੀ ਲੋੜ ਸਾਨੂੰ ਆਪਸੀ ਭਾਈਚਾਰੇ ਦੀ ਹੈ। ਜੋ ਅਸੀਂ ਕਿਸਾਨ ਮੋਰਚੇ ਦੇ ਵਿੱਚ ਸਿੱਖ ਕੇ ਆਏ ਆ, ਉਸ ਨੂੰ ਇੱਥੇ ਇਨ ਬਿਨ ਜਿੰਨੀ ਦੇਰ ਅਮਲੀ ਜਾਮਾ ਨਹੀਂ ਪਹਿਨਾਇਆ ਜਾਊਗਾ, ਜਿੰਨੀ ਦੇਰ ਇੱਕ ਮੁੱਠਤਾ ਜ਼ਾਹਰ ਨਹੀਂ ਕੀਤੀ ਜਾਊਗੀ, ਤਾਂ ਅਸੀਂ ਬੜੇ ਹੀ ਜਿਹੜਾ ਖਤਰਨਾਕ ਮੁਹਾਣੇ ਤੇ ਖੜੇ ਆ, ਅਨਾਰਕੀ ਵਾਲੇ ਪਾਸੇ ਜਾ ਰਹੇ ਆ। ਤਾਂ ਰਾਸ਼ਟਰਪਤੀ ਰਾਜ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਹਰੇਕ ਦੇ ਮੱਥੇ ਤੇ ਝਲਕ ਰਹੀਆਂ ਨੇ ਕਿ ਕਿਤੇ ਇਹ ਨਾ ਹੋ ਜਾਵੇ। ਸੋ ਸ਼ਰਮਾ ਸਾਹਿਬ ਆਪਣੇ ਬੜੇ ਪਰਪੱਕ ਦਰਸ਼ਕ ਨੇ, ਬੜੇ ਸ਼ਿੱਦਤ ਦੇ ਨਾਲ ਦੇਖਦੇ ਨੇ। ਉਹ ਕਹਿੰਦੇ
ਅਸੀਂ ਇਹੀ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦੇਸੇ ਬਾਹਰ ਆ ਜੀ। ਇਸ ਸਿਧਾਂਤ ਤੇ ਆਪਾਂ ਸਾਰੇ ਰਲ ਮਿਲ ਕੇ ਹਰ ਤਰ੍ਹਾਂ ਦੇ ਭਿੰਨ ਭੇਦ ਤੋਂ ਉੱਪਰ ਉੱਠ ਕੇ ਆਪਾਂ ਕਾਇਮ ਰਹੀਏ। ਬਿਲਕੁਲ। ਤੇ ਕਿਸੇ ਦੀ ਤਾਕਤ ਨਹੀਂ, ਜਦੋਂ ਅਸੀਂ ਇਕਮੁੱਠ ਰਹਾਂਗੇ, ਅਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਵਾਂਗੇ, ਉਹਨਾਂ ਸਾਜ਼ਿਸ਼ੀ ਤਾਕਤਾਂ ਦੇ ਸਾਜ਼ਿਸ਼ ਦਾ ਹਿੱਸਾ ਨਹੀਂ ਬਣਾਂਗੇ ਨਾ, ਤੇ ਫਿਰ ਸਾਨੂੰ ਕੋਈ ਤੋੜਨ ਵਾਲਾ ਨਹੀਂ। ਹੁਣ ਕਿਸਾਨ ਮੋਰਚੇ 'ਚ ਹੀ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੰਨੀਆਂ ਕੋਸ਼ਿਸ਼ਾਂ ਹੋਈਆਂ, ਸਿਰ ਤੋੜ ਯਤਨ ਹੋਏ ਕਿ ਇਹਨਾਂ ਦੇ ਵਿੱਚ ਹਰ ਹਰਬਾ ਵਰਤਿਆ ਜੀ ਫੁੱਟ ਪਾਈ ਜਾਵੇ, ਪਰ ਉੱਥੇ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਪੈ ਸਕੀ। ਹਰ ਵਰਗ ਦਾ ਜਿਹੜਾ ਉੱਥੇ ਬਸ਼ਿੰਦਾ ਜਿਹੜਾ ਸੀਗਾ ਬੜੇ ਪ੍ਰੇਮ ਦੇ ਨਾਲ ਰਿਹਾ, ਔਰ ਸਾਰੇ ਪਿੰਡ ਪਿੰਡਾਂ ਤੋਂ ਉੱਪਰ। ਸੋ ਸ਼ਰਮਾ ਜੀ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ ਇਸੇ ਤਰ੍ਹਾਂ ਬੰਨ ਕੇ ਰੱਖੋ, ਔਰ ਆਪਾਂ ਜਿਹੜਾ ਹੈਗਾ ਬੰਨ ਦਾ ਮਤਲਬ ਵੀ ਏਕੇ ਚ ਪਰੋ ਕੇ ਰੱਖੋ। ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ, ਜੀ ਜੀ ਸਾਰੇ ਦੇ ਸਾਰੇ ਜੋ ਵੀ ਧਰਮ ਇੱਥੇ ਵਸਦੇ ਨੇ, ਹਰੇਕ ਨੂੰ ਇਸ ਵੇਲੇ ਇਕਮੁੱਠ ਹੋਣ ਦੀ ਲੋੜ ਹੈ ਤਾਂ ਕਿ ਸਾਨੂੰ ਕੋਈ ਪਾੜ ਨਾ ਸਕੇ। ਇਹ ਮੌਕਾ ਅਜਿਹਾ ਹੈ ਕਿ ਲੋਕਾਂ ਨੇ ਸਾਨੂੰ ਪਾੜਨਾ ਹੈ, ਪਾੜ ਕੇ ਸਾਡੀਆਂ ਵੋਟਾਂ ਲੁੱਟਣੀਆਂ, ਔਰ ਸਾਡੇ 'ਚ ਬੜੇ ਫਰਕ ਪਾਉਣੇ ਨੇ, ਸਾਡੇ 'ਚ ਬੜੇ ਦੰਗੇ ਕਰਾਉਣ ਦੀ ਕੋਸ਼ਿਸ਼ ਕਰਨੀ ਹੈ। ਸਾਨੂੰ ਸਭ ਨੂੰ ਬਾਰ-ਬਾਰ ਸਾਡਾ ਕਹਿਣਾ ਕਿ ਸਾਨੂੰ ਸਭ ਨੂੰ ਇਹ ਚਾਹੀਦਾ ਹੈ ਕਿ ਅਸੀਂ ਇੰਨੇ ਕੁ ਆਪਸ ਵਿੱਚ ਇੱਕਮਿਕ ਹੋ ਜਾਈਏ ਕਿ ਸਾਨੂੰ ਕੋਈ ਪਾੜਨ ਦੀ ਕੋਸ਼ਿਸ਼ ਕਰ ਹੀ ਨਾ ਸਕੇ। ਜਿਹੜਾ ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਅੰਗਰੇਜ਼ ਇੱਥੇ ਛੱਡ ਗਏ ਨੇ, ਇਹਨਾਂ ਨੇ ਫੜ ਲਈ ਹੈ। ਸੋ ਉਹਦੇ ਤੋਂ ਬਚਣ, ਉਹ ਚਾਹੇ ਕੋਈ ਵੀ ਪਾਰਟੀ ਹੈ, ਹਰੇਕ ਪਾਰਟੀ ਚਾਹੂਗੀ ਸਾਨੂੰ ਪਾੜਨਾ। ਉਸ ਤੁਸੀਂ ਪਾਲਿਸੀ ਨੂੰ ਜਿਹੜਾ ਸਮਝਣਾ, ਸਮਝ ਕੇ ਉਹਦੇ ਪਿੱਛੇ ਭਾਵਨਾਵਾਂ ਨੂੰ ਸਮਝ ਕੇ ਉਹਦੇ ਤੋਂ ਬਚਣਾ, ਬਸ ਇੰਨੀ ਗੱਲ ਹੈ। ਤੇ ਦੂਸਰੀ ਗੱਲ ਜਿਹੜੀ ਇਹ ਘਟਨਾ ਵਾਪਰੀ, ਤੁਸੀਂ ਬਾਰ-ਬਾਰ ਇਹਦਾ ਜ਼ਿਕਰ ਕਰ ਰਹੇ ਦਰਸ਼ਕ, ਉਹਦਾ ਮੈਂ ਇਹੀ ਕਹਿ ਸਕਦੀ ਹਾਂ ਵੀ ਕਿਤੇ ਨਾ ਕਿਤੇ ਜਿਵੇਂ ਕਿਸਾਨ ਮੋਰਚੇ ਨੇ ਜਿਸ ਤਰੀਕੇ ਨਾਲ ਇੱਕ ਪੰਜਾਬ ਦੀ ਪੰਜਾਬੀਅਤ ਦੀ ਔਰ ਖਾਸ ਕਰ ਗੁਰਮਤ ਫਲਸਫੇ ਦੀ ਔਰ ਸਿੱਖ ਧਰਮ ਦੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਸ਼ਾਨ ਬਣਾਈ ਸੀ, ਉੱਥੇ ਸਿੱਧੇ ਸਿੱਧੇ ਰੂਪ ਵਿੱਚ ਲਾਗੂ ਕਰਕੇ ਵਰਲਡ ਲੈਵਲ ਦੇ ਉੱਤੇ ਇੱਕ ਭਰਮ ਤੋੜਿਆ ਸੀਗਾ ਦੁਨੀਆ ਦਾ ਕਿ ਨਹੀਂ ਵੀ ਸਿੱਖ ਦਾ ਕਿਰਦਾਰ ਇਹ ਹੈ, ਬਾਬੇ ਨਾਨਕ ਦਾ ਫਲਸਫਾ ਇਹ ਹੈ, ਗੁਰਬਾਣੀ ਦਾ ਫਲਸਫਾ ਇਹ ਹੈ, ਸਿੱਖ ਦੀ ਅਸਲੀ ਪਹਿਚਾਣ ਇਹ ਹੈ ਕਿ ਮਤਲਬ ਜਿਹੜਾ ਸਭੇ ਸਾਂਝੀ ਢਿੱਡ ਭਰਦਾ ਹੈ, ਸਭ ਨੂੰ ਇੱਕ ਜਾਣਦਾ ਹੈ, ਸਭ ਦੀ ਹੈਲਪ ਕਰਦਾ ਹੈ, ਸਭ ਵਾਸਤੇ ਖੜਾ ਹੁੰਦਾ ਹੈ, ਦਇਆ, ਸੰਤੋਖ, ਜਤ ਸੱਤ, ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਭੁੱਖਿਆਂ ਨੂੰ ਪਾਲਣਾ, ਢਿੱਡ ਭਰਨਾ, ਔਰ ਬੜਾ ਜਿਹੜਾ ਹੈਗਾ ਉਹ ਕੀ ਕਹਿੰਦੇ ਪੇਸ਼ੈਂਸ ਉਹਨਾਂ ਨੇ ਜਿਹੜਾ ਦਿਖਾਇਆ, ਔਰ ਜ਼ਬਰ ਦਾ ਮੁਕਾਬਲਾ ਜਿਸ ਤਰ੍ਹਾਂ ਸਬਰ ਦੇ ਨਾਲ ਕੀਤਾ। ਇਸ ਸਾਰੀ ਚੀਜ਼ ਨੇ ਜਿਵੇਂ ਵਰਲਡ ਨੂੰ ਸੋਚਣ ਦੇ ਲਈ ਮਜਬੂਰ ਕਰਤਾ ਸੀਗਾ, ਸਿੱਖੀ ਵੱਲ ਪ੍ਰੇਰਿਤ ਕਰ ਦਿੱਤਾ ਸੀਗਾ, ਉਹ ਚੀਜ਼ ਵੀ ਕਿਤੇ ਨਾ ਕਿਤੇ ਉਸ ਸਾਜ਼ਿਸ਼ਕਾਰਾਂ ਨੂੰ ਬੜੀ ਖਟਕਦੀ ਸੀਗੀ। ਸੋ ਉਸ ਨੂੰ ਧੁੰਦਲਾ ਪਾਉਣ ਵਾਸਤੇ, ਉਸ ਨੂੰ ਕੱਟਣ ਵਾਸਤੇ ਨਹੀਂ ਏਡੀ ਸ਼ਾਨੋ ਸ਼ੌਕਤ ਵਾਲੇ ਜਾਂ ਇਸ ਕਿਸਮ ਦੇ ਨਹੀਂ ਹੈਗੇ ਸਿੱਖ ਇਹ ਵੀ ਮਾਰ ਕਾਟ ਕਰਨ ਵਾਲੇ ਵੀ ਹੈਗੇ ਆ। ਸੋ ਕਿਤੇ ਨਾ ਕਿਤੇ ਉਹ ਸਾਜ਼ਿਸ਼ ਦੇ ਵਿੱਚ ਕੁਝ % ਤੱਕ ਜਿਹੜਾ ਹੈਗਾ ਉਹ ਕਾਮਯਾਬੀ ਹੋਏ, ਕਿਉਂਕਿ ਜਦੋਂ ਉਹਨੂੰ ਮਾਰਿਆ ਗਿਆ ਬੁਰੀ ਤਰ੍ਹਾਂ, ਇਸੇ ਤਰ੍ਹਾਂ ਉੱਥੇ ਮਾਰਿਆ ਗਿਆ ਸੀਗਾ। ਤੇ ਫਿਰ ਜੇ ਇਸੇ ਤਰ੍ਹਾਂ ਉਹ ਡਾਕਟਰ ਸਾਹਿਬ ਇੱਕ ਗੱਲ ਹੈ ਮੈਂ ਅਕਸਰ ਹੀ ਆਖਦੀ ਹੁੰਦੀ ਹਾਂ ਕਿ ਸੁਧਰੇ ਹੋਏ ਨੂੰ ਕਾਨੂੰਨ ਦੀ ਲੋੜ ਨਹੀਂ, ਤੇ ਵਿਗੜੇ ਹੋਏ ਦਾ ਕਾਨੂੰਨ ਕੁਝ ਵਿਗਾੜ ਨਹੀਂ ਸਕਦਾ। ਅਰਥ ਤੁਸੀਂ ਬਿਲਕੁਲ ਸਹੀ ਹੈ। ਤੋ ਉਹੀ ਗੱਲ ਫਿਰ ਹੈ ਕਿ ਡਾਕਟਰ ਸਾਹਿਬ ਕਹਿੰਦੇ ਵੀ ਇਹਨੂੰ ਬਿਲਕੁਲ ਅਸੀਂ ਤਾਂ ਵਾਰ-ਵਾਰ ਦਰਸ਼ਕ ਇਹੀ ਗੱਲ ਕਹਿੰਦੇ ਆ ਕਿ ਇਹ ਸਾਰੀ ਚੀਜ਼ ਨੂੰ ਵਾਇਆ ਯੂਪੀ ਤੋਂ ਹੁੰਦਾ ਹੋਇਆ ਸਿੰਘੂ ਬਾਰਡਰ ਤੇ ਫਿਰ ਇੱਥੇ ਪੰਜਾਬ ਦੇ ਵਿੱਚ। ਪਰ ਮੇਰਾ ਖਿਆਲ ਹੈ ਕਿਤੇ ਨਾ ਕਿਤੇ ਵੀ ਜਿਵੇਂ ਆਪਾਂ ਬਹੁਤ ਸਾਰੇ ਲੋਕਾਂ ਨਾਲ ਜਿਹੜਾ ਅਬਰਾਡ ਦੇ ਲੋਕਾਂ ਨਾਲ ਗੱਲ ਕੀਤੀ, ਅਮਰੀਕਾ ਕੈਨੇਡਾ ਦੇ ਲੋਕਾਂ ਨਾਲ, ਕਿ ਵੀ ਕੀ ਪ੍ਰਭਾਵ ਗਿਆ ਇਸ ਚੀਜ਼ ਦਾ ਸਿੱਖਾਂ ਪ੍ਰਤੀ, ਉਹ ਕਹਿੰਦੇ ਬਿਲਕੁਲ ਨਹੀਂ, ਕਿਉਂਕਿ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਵੀ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਹੋ ਰਹੀਆਂ ਨੇ। ਕਿਤੇ ਇਹ ਥੋੜੀ ਜਿਹੀ ਤਸੱਲੀ ਵਾਲੀ ਗੱਲ ਸੀ ਆਪਣੇ ਲਈ ਹਨਾ। ਆਪਾਂ ਬੜੇ ਮਾਯੂਸ ਸੀਗੇ ਕਿ ਵੀ ਹੁਣ ਦੁਨੀਆ ਦੇ ਵਿੱਚ ਕੀ ਅਕਸ ਬਣਦਾ, ਅਸੀਂ ਗੱਲ ਕਰਨ ਦੇ ਵੀ ਤਾਂ ਹੀ ਹੌਸਲੇ ਚ ਆ ਸਕੇ। ਬਿਲਕੁਲ ਇਸੇ ਕਰਕੇ ਅਸੀਂ ਅੱਜ ਉਹਨਾਂ ਨੇ ਸਾਨੂੰ ਦੱਸਿਆ ਕਿ ਨਹੀਂ, ਦੁਨੀਆ ਭਰ ਦੇ ਜਿਹੜੇ ਲੋਕ ਹੈ ਉਹ ਸਿੱਖਾਂ ਬਾਰੇ ਉਹ ਚੀਜ਼ ਲੈ ਕੇ ਬੈਠੇ ਆ ਜਿਹੜੀ ਉਹਨਾਂ ਨੇ ਕਿਸਾਨ ਮੋਰਚੇ ਦੇ ਵਿੱਚ ਉਹਨਾਂ ਨੇ ਦੇਖੀ, ਜਿਹੜੀ ਕਿਸਾਨਾਂ ਨੇ ਛਵੀ ਬਣਾ ਦਿੱਤੀ। ਭਾਵੇਂ ਹੁਣ ਇਹ ਸਾਜ਼ਿਸ਼ਾਂ ਜਿੰਨੀਆਂ ਮਰਜ਼ੀ ਹੋਈ ਜਾਣ, ਲੇਕਿਨ
ਇੱਕ ਛਵੀ ਜਿਹੜੀ ਹੈ, ਜੀ। ਇੱਕ ਜਿਹੜੀ ਪਿਕਚਰ ਹੈ ਜੀ। ਖਾਲਸੇ ਦੀ ਜੀ। ਉਹ ਬਣ ਚੁੱਕੀ ਹੈ, ਜੀ, ਜੀ। ਉਹਨੂੰ ਮਿਟਾਉਣਾ ਇੰਨਾ ਸੌਖਾ ਨਹੀਂ ਹੈ। ਸਾਡੇ ਨਾਲ ਅਮਰੀਕਾ ਤੋਂ ਔਰ ਕੈਨੇਡਾ ਤੋਂ ਇੱਕ ਵਿਦਵਾਨ ਤਬਕਾ ਜੁੜਿਆ ਹੋਇਆ ਜਿਨ੍ਹਾਂ ਦੇ ਅਸੀਂ ਵਿਚਾਰ ਜਾਣਨਾ ਚਾਹੇ ਸੀਗੇ। ਉਹ ਵੱਖ-ਵੱਖ ਖਿੱਤੇ ਨਾਲ ਹੈਗੇ ਨੇ, ਵੱਖ-ਵੱਖ ਕਮਿਊਨਿਟੀ ਦੇ ਨੇ, ਹਿੰਦੂ ਸਿੱਖ ਮੁਸਲਮਾਨ ਸਾਰਿਆਂ ਦੇ, ਜਿਨ੍ਹਾਂ ਤੋਂ ਅਸੀਂ ਇਹ ਜਾਣਨਾ ਚਾਹਿਆ ਸੀ ਵੀ ਹੁਣ ਕੀ ਜਿਹੜਾ ਤੁਸੀਂ ਸੋਚਦੇ ਹੋ ਮਤਲਬ ਸਿੱਖਾਂ ਬਾਰੇ। ਜਾਂ ਉਹ ਕਹਿੰਦੇ ਜੋ ਛਵੀ ਸਿੱਖਾਂ ਦੀ, ਜੋ ਸਵੀ ਗੁਰਮਤਿ ਦੀ ਫਲਸਫੇ ਦੀ ਜੋ ਕਿਸਾਨਾਂ ਨੇ ਬਣਾ ਦਿੱਤੀ, ਏਡੀ ਉੱਚੀ ਸੁੱਚੀ ਕਿਰਦਾਰ ਜਿਹੜਾ ਸਿੱਖ ਦਾ ਬਣਾ ਦਿੱਤਾ ਪੂਰੀ ਦੁਨੀਆ ਦੇ ਵਿੱਚ, ਉਹ ਕਾਇਮ ਆ ਤੇ ਕਾਇਮ ਰਹੇਗਾ, ਭੋਰਾ ਫਰਕ ਨਹੀਂ ਪਿਆ। ਇਹ ਬੜੀ ਤਸੱਲੀ ਵਾਲੀ ਗੱਲ ਹੈ। ਬਾਕੀ ਰਾਜਨੀਤੀਵਾਨਾਂ ਦੀਆਂ ਸਾਜ਼ਿਸ਼ਾਂ ਸੀ, ਉਹ ਕਹਿੰਦੇ ਉਹ ਮਤਲਬ ਚਲਦੀਆਂ ਰਹਿਣਗੀਆਂ। ਕਹਿੰਦੇ ਇਸ ਤੋਂ ਵੀ ਅੱਗੇ ਹੋਰ ਵੀ ਚੱਲਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਇਹ ਹੁੰਦੀਆਂ ਹੀ ਰਹਿਣਗੀਆਂ। ਪਰ ਕਹਿੰਦੇ ਕੋਈ ਫਰਕ ਨਹੀਂ ਇਹਦੇ ਸਿੱਖਾਂ ਤੇ, ਖਾਸ ਕਰ ਜਿਹੜੇ ਨਰੋਲ ਸਿੱਖ ਉਹਨਾਂ ਦੇ ਅਕਸ ਤੇ ਕੋਈ ਇਹਨਾਂ ਦਾ ਅਸਰ ਨਹੀਂ ਪੈਣ ਵਾਲਾ। ਤੇ ਬਸ ਤੁਹਾਨੂੰ ਇੰਨੀ ਕੁ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਤੁਸੀਂ ਭੜਕਾਹਟ 'ਚ ਨਹੀਂ ਆਉਣਾ। ਜੋ ਹੋ ਗਿਆ ਸੋ ਹੋ ਗਿਆ, ਅੱਗੇ ਤੋਂ ਭੜਕਾਹਟ 'ਚ ਨਹੀਂ ਆਉਣਾ। ਹੁਣ ਇਹ ਮੰਨ ਲਓ ਕਿ ਅਕਾਲ ਦੇ ਤਖਤ ਤੇ ਜਿਹੜਾ ਫੈਸਲਾ ਹੋ ਗਿਆ, ਇਮੀਡੀਏਟਲੀ ਹੋ ਗਿਆ, ਹੁਣ ਉਹਦੇ ਤੇ ਮੇਰੇ ਖਿਆਲ ਆ ਵੀ ਉਹ ਪ੍ਰਸ਼ਾਸਨ ਦਾ ਉਹਦੇ ਵਿੱਚ ਬਹੁਤਾ ਰੋਲ ਹੋਣਾ ਨਹੀਂ ਚਾਹੀਦਾ, ਕਿਉਂਕਿ ਪ੍ਰਸ਼ਾਸਨ ਤਾਂ ਬਹੁਤ ਛੋਟੀ ਗੱਲ ਆ ਅਕਾਲ ਤਖਤ ਸਾਹਿਬ ਤੋਂ। ਬਹੁਤ ਉਹਦੀ ਮਰਿਆਦਾ ਨੂੰ ਸਮਝਣਾ ਪਏਗਾ, ਉਹਦੇ ਅਕੀਦੇ ਨੂੰ ਸਮਝਣਾ ਪਏਗਾ। ਸੋ ਸਾਨੂੰ ਵੀ ਜਿਹੜੇ ਸਾਡੇ ਅਕੀਦੇ ਨੇ ਉਹ ਦ੍ਰਿੜ ਕਰਨੇ ਪੈਣਗੇ। ਨਿਸ਼ਚਾ ਜਿਹੜਾ ਅਕਾਲ ਤਖਤ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਉਸ ਜਿਹੜਾ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਉਹ ਦ੍ਰਿੜ ਕਰਨਾ ਪਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਹੈਗੇ ਆ ਕਿਸੇ ਇੱਕ ਤਬਕੇ ਦੇ ਨਹੀਂ, ਕਿਸੇ ਧਰਮ ਦੇ ਨਹੀਂ, ਪੂਰੇ ਇਨਸਾਨੀਅਤ, ਉਹ ਸਮੁੱਚੀ ਇਨਸਾਨੀਅਤ ਪੂਰੀ ਇਨਸਾਨੀਅਤ ਔਰ ਸਮੁੱਚੀ ਇਨਸਾਨੀਅਤ ਦੀ ਜੀਵਨ ਜਾਂਚ ਉਹਦੇ ਵਿੱਚ ਅੰਕਿਤ ਹੈ। ਸੋ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਉਪਦੇਸ਼ 4 ਵਰਨਾ ਕੋ ਸਾਂਝਾ ਤੇ 4 ਦਰਵਾਜ਼ੇ ਜਿਹੜੇ ਉਹਦੇ 4 ਦਰਵਾਜ਼ੇ ਇਸੇ ਕਰਕੇ ਰੱਖੇ ਗਏ ਆ। ਸੋ ਇਕੱਲੇ ਸਿੱਖਾਂ ਨੂੰ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚੀ ਇਸ ਘਟਨਾ ਦੇ ਨਾਲ, ਸਮੁੱਚੇ ਉਸ ਜਗਤ ਨੂੰ। ਕਿਉਂਕਿ ਜਿਹੜੇ ਅੱਜ ਫੋਨ ਆਏ ਉਹਨਾਂ ਵਿੱਚ ਜ਼ਿਆਦਾਤਰ ਹਿੰਦੂ ਵੀਰ ਸੀਗੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਰੋ ਕੇ ਉਹਨਾਂ ਨੇ ਗੱਲਾਂ ਕੀਤੀਆਂ ਸਾਡੇ ਨਾਲ ਇਸ ਸੰਬੰਧੀ ਕਿ ਉਹਨਾਂ ਦੇ ਹਿਰਦੇ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ। ਕਿਉਂਕਿ ਪਿਆਰ ਹੀ ਇੰਨਾ ਗੁਰੂ ਦੇ ਨਾਲ ਹੈ, ਕਿਉਂਕਿ ਗੁਰੂ ਦੀ ਜਿਹੜੀ ਮੱਤ ਹੈ, ਜਿਹੜੀ ਗੁਰੂ ਦੀ ਗੁਰਬਾਣੀ, ਜਿਹੜਾ ਫਲਸਫਾ, ਜਿਹੜਾ ਆਸ਼ਾ ਹੈ, ਉਹ ਇਸ ਕਦਰ ਹੈ ਕਿ ਹਰ ਬੰਦਾ ਉਹਦੇ ਨਾਲ, ਹਰ ਬਸ਼ਰ ਉਹਦੇ ਨਾਲ ਦਿਲੋਂ ਜੁੜਿਆ, ਜਿਹੜਾ ਸਮਝ ਗਿਆ ਉਹ ਦਿਲੋਂ ਜੁੜ ਜਾਂਦਾ। ਇਸ ਕਰਕੇ ਸਾਨੂੰ ਇਹਨਾਂ ਦੀਆਂ ਅਸੀਂ ਚਾਲਾਂ ਨੂੰ ਜਿਹੜੀਆਂ ਸਿਆਸਤ ਦੀਆਂ ਇਹਨਾਂ ਕੋਝੀਆਂ ਚਾਲਾਂ ਨੂੰ ਅਸੀਂ ਤਾਂ ਹੀ ਫੇਲ ਕਰ ਸਕਾਂਗੇ ਜੇ ਅਸੀਂ ਇੱਕ ਮੁੱਠ ਰਵਾਂਗੇ ਸਾਰੇ ਵਰਗਾਂ ਦੇ ਲੋਕ। ਬਿਲਕੁਲ ਬਿਲਕੁਲ। ਸੋ ਕਿਸਾਨ ਵੀਰ ਵਿਚਾਰੇ ਅੱਜ ਵੀ ਡਟੇ ਹੋਏ ਨੇ। ਸੋ ਉੱਥੋਂ ਸਬਕ ਲੈਣਾ ਪਏਗਾ ਸਾਨੂੰ, ਸਬਰ ਦਾ, ਸਿਦਕ ਦਾ, ਸਿਰੜ ਦਾ। ਜੀ ਅਸਲ ਦੇ ਵਿੱਚ ਉਹੀ ਗੁਰੂ ਨਾਨਕ ਦੇ ਅਸਲ ਪੁੱਤਰ ਨੇ, ਕਿਸਾਨ ਭੈਣਾਂ, ਕਿਸਾਨ ਵੀਰ, ਬੱਚੇ, ਬਜ਼ੁਰਗ, ਜਿਨ੍ਹਾਂ ਨੇ ਬਾਬੇ ਦੀ ਇੱਕ ਹੁਕਮ ਤੇ ਪਹਿਰਾ ਚੜਾਇਆ ਔਰ ਪਹਿਰਾ ਦਿੰਦੇ ਹੋਏ ਬਹੁਤ ਕਸ਼ਟ ਵੀ ਸਹਾਰੇ। ਉਹਦੇ ਬਾਵਜੂਦ ਵੀ ਉਹਨਾਂ ਨੇ ਬਾਬੇ ਨੂੰ ਐਡਾ ਉੱਚਾ ਦੁਨੀਆ ਤੇ ਮਤਲਬ ਦੇਖੋ ਐਡੀ ਵੱਡੀ ਜਾਬਰ ਹਕੂਮਤ ਨੂੰ ਬਿਨਾਂ ਹਥਿਆਰਾਂ ਤੋਂ ਹਰਾ ਕੇ। ਬਿਲਕੁਲ ਬੜੀ ਵੱਡੀ ਗੱਲ, ਛੋਟੀ ਗੱਲ ਨਹੀਂ ਹੈਗੀ, ਬਹੁਤ ਵੱਡੀ ਗੱਲ ਹੈ। ਔਰ ਇੱਕ ਅੱਜ ਤੱਕ ਦਾ ਜਦੋਂ ਤੋਂ ਮੇਰੇ ਖਿਆਲ ਹੈ ਕਿ ਭਾਰਤ ਦੇਸ਼ ਬਣਿਆ ਹੋਊਗਾ ਸ਼ਾਇਦ ਉਦੋਂ ਦਾ ਅੱਜ ਤੱਕ ਦੁਨੀਆ 'ਚ ਇਸ ਤਰ੍ਹਾਂ ਦੀ ਮਿਸਾਲ ਕਿਤੇ ਨਹੀਂ ਮਿਲੀ ਜੋ ਕਿਸਾਨਾਂ ਨੇ ਕਰ ਦਿਖਾਇਆ। ਸੋ ਬਾਬੇ ਦੇ ਅਸਲ ਪੁੱਤਰ ਉਹ ਨੇ, ਗੁਰੂ ਬਾਬਾ ਵੀ ਜਾਣਦੇ ਨੇ ਔਰ ਆਪਣੇ ਪੁੱਤਰਾਂ ਦੇ ਅੰਗ ਸੰਗ ਨੇ। ਉਹ ਚਿੰਤਾ ਦੀ ਲੋੜ ਨਹੀਂ, ਫਿਕਰ ਨਾ, ਉਹ ਅੰਗ ਸੰਗ ਨੇ, ਕਦੇ ਵੀ ਉਹਨਾਂ ਤੇ ਉਂਗਲ ਨਹੀਂ ਉੱਠਣ ਦੇਣਗੇ। ਸੋ ਇਹ ਅਕੀਦਾ ਹੈ, ਇਹ ਵਿਸ਼ਵਾਸ ਹੈ ਸਾਨੂੰ ਪੂਰਾ। ਤੁਸੀਂ ਵੀ ਇਸੇ ਵਿਸ਼ਵਾਸ ਤੇ ਕਾਇਮ ਰਹਿਣਾ। ਤੇ ਫਿਰ ਅਗਲੀ ਜਿਹੜੀ ਸਵਾਲਾਂ ਜਵਾਬਾਂ ਦੇ ਨਾਲ ਫਿਰ ਕੋਈ ਇੱਕ ਨਵੇਂ ਐਪੀਸੋਡ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।